ਨੇ। ਬੀਬੀਆਂ ਨੂੰ ਖਾਸ ਕਰਕੇ ਮਾਤਾਵਾਂ ਨੂੰ ਬੇਨਤੀ ਹੈ, ਭੈਣਾਂ ਨੂੰ ਜਿਨ੍ਹਾਂ ਕੋਲ ਬੱਚੇ ਨੇ ਛੋਟੇ, ਉਹ ਪਿੱਛੇ ਲੈ ਕੇ ਬੈਠਣ ਸਤਸੰਗ, ਤਾਂ ਕਿ ਸਤਸੰਗ ਦੇ ਵਿੱਚ ਕਿਸੇ ਕਿਸਮ ਦਾ ਕੋਈ ਖਲਲ ਨਾ ਪਵੇ। ਸੋ ਹੁਣ ਸਤਸੰਗ ਸ਼ੁਰੂ ਕੀਤਾ ਜਾਵੇਗਾ, ਬਾਕੀ ਬੇਨਤੀਆਂ ਫਿਰ ਬਾਅਦ ਦੇ ਵਿੱਚ ਕਰਾਂਗੇ। ਰਾਧਾ ਸੁਆਮੀ ਦਿਆਲ ਕੀ ਦਇਆ, ਰਾਧਾ ਸੁਆਮੀ ਜੀ ਸਾਹਿਬ। बाणी स्वामी जी महाराज वचन 17वां चेतावनी भेखों को भाग चौथा शब्द पहला। तुम साध कहावत कैसे मैं पूछूं तुमसे ऐसे। तुम साध कहावत कैसे मैं पूछूं तुमसे ऐसे। ये बाणी स्वामी जी महाराज दी है। हजूर स्वामी जी महाराज साध मत के बारे पूछ रहे है कि है साधु, मैं तेन पूछ रहा तू साध कहांदा है, क्या तेरे विच साधु वाले गुण आए कि नहीं। हर एक इंसान जिहड़ा जे उहदे विच कोई गुण हुंदा है उसदा वो नां पैंदा है। बगैर गुण दे किसी का नां नहीं बनता। कोई मिस्त्री का काम करता है, उसका नाम मिस्त्री पै जाता। दुकान का काम करता है, उसका नाम दुकानदार पै जाता। जिहड़ा भी इंसान काम करता है उसका वो नाम बन जाता है। साधु के बारे गुरु साहब जी पूछ रहे है साधु, की तेरे विच साधु वाले गुण आए। जिहड़े साधुआं च गुण हुंदे है, जिहदे नाल साधु कहा जाता है, कि वो तेरे विच गुण आए जां नहीं। मैं तैनूं ये पुछ रहा। गुरु साहब जी अगे फरमाते, हाँ जी। तुम साध कहावत कैसे मैं पूछूं तुमसे ऐसे। मान ना छोड़ो, क्रोध ना छोड़ो, कुटिल बचन नहीं सहते। स्वामी जी महाराज ये साधु के बारे फरमा रहे हैं, मान नहीं छोड़ो, क्रोध नहीं छोड़ो, और कुटल बचन नहीं सहते। जे तेरे विच ये गुण आए नहीं तो फिर तू साधु किस तरह बन सकता है। गुण लैण वास्ते कुछ टाइम की ज़रूरत है। कोई भी गुण लेना है तो टाइम लगता उसनूं। दुनिया की मिसाल तुसीं ले लो, किसी बंदे ने कोई काम सीखना है तो एक दो दिन विच नहीं आ सकता। उहदे बारे भी टाइम की ज़रूरत है, टाइम लगता है। अगर असी साधु बनना है तो साधुआं दे गुण वास्ते भी कुछ टाइम की ज़रूरत है। ये यकदम किसी भेख बदल के या कोई होर टशन बना के तो साधु नहीं बन सकता। साधु वाले जिहड़े गुण ने वो चाहिए। जो स्वामी जी महाराज फरमा रहे बाणी दे विच, असी ये सोचना है कि क्या साढ़े विच गुण आए या नहीं आए।
ਕੁਟਲ ਬਚਨ ਅਸੀਂ ਸਹਿੰਦੇ ਹਾਂ ਕਿਸੇ ਦੇ ਜਾਂ ਨਹੀਂ। ਰਾਂਝੇ ਨੂੰ ਜਦੋਂ ਨਾਮ ਦਿੱਤਾ ਵਾਲੇ ਨਾਥ ਨੇ, ਤੇ ਰਾਂਝੇ ਨੂੰ ਜਦੋਂ ਦੈਤਾਂ ਦਿੱਤੀਆਂ ਦੱਸਿਆ, ਤੇ ਰਾਂਝਾ ਕਹਿੰਦਾ ਹੈ ਕਿ ਇਹ ਸਾਡੇ ਕੋਲੋਂ ਤੇ ਨਹੀਂ ਕੰਮ ਹੋਣਾ, ਤੇ ਤੂੰ ਆਪਣਾ ਨਾਮ ਵਾਪਸ ਲੈ ਲੈ। ਨਾਮ ਹੀ ਵਾਪਸ ਲੈ ਲਓ, ਸਾਡੇ ਕੋਲੋਂ ਇਹ ਗੱਲ ਨਹੀਂ ਹੋਣੀ। ਲੋਕੀ ਦੇਣ ਗਾਲੀਆਂ ਅਸੀਂ ਚੁੱਪ ਕਰੀਏ, ਇੰਨੇ ਸਬਰ ਦੇ ਪੈਰ ਕਿਸੇ ਧੋਮਣੇ ਨੇ। ਲੋਕੀ ਗਾਲਾਂ ਦੇਣਗੇ ਤੇ ਅਸੀਂ ਚੁੱਪ ਕਰਾਂਗੇ, ਇਹ ਸਾਡੇ ਕੋਲੋਂ ਕੰਮ ਨਹੀਂ ਹੋਣਾ, ਤੂੰ ਆਪਣਾ ਨਾਮ ਲੈ ਲੈ। ਉਹਨਾਂ ਕਿਹਾ ਨਾਮ ਤਾਂ ਨਹੀਂ ਹੁਣ ਲੈਤਾ ਜਾਂਦਾ, ਇਹ ਤਾਂ ਤੇਜ਼ਾਬ ਦੀ ਤਰ੍ਹਾਂ ਸਰੀਰ ਦੇ ਵਿੱਚ ਅਚਰ ਜਾਂਦਾ ਹੈ, ਇਹਨੇ ਨਹੀਂ ਤੈਨੂੰ ਛੱਡਣਾ, ਤੂੰ ਬੇਸ਼ੱਕ ਇਹਨੂੰ ਛੱਡ ਦੇ, ਇਹ ਨਹੀਂ ਤੈਨੂੰ ਛੱਡੇਗਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਕੋਈ ਦਰਿਆ 'ਤੇ ਜਾਂਦਾ ਹੁੰਦਾ ਸੀ, ਜਦੋਂ ਹੜ੍ਹ ਆਉਣਾ ਕੋਈ ਨਾ ਕੋਈ ਚੀਜ਼ ਰੁੜਦੀ ਲੱਭਣੀ, ਉਹਨੂੰ ਚੁੱਕ ਲੈਣੀ। ਕੁਦਰਤੀ ਇੱਕ ਰੇਸ਼ ਰੁੜ ਕੇ ਆ ਰਿਹਾ ਸੀ, ਉਹਦੇ ਪੈਰ ਥੱਲੇ, ਮੂੰਹ ਵੀ ਥੱਲੇ ਪਾਣੀ 'ਚ, ਤੇ ਉੱਪਰੋਂ ਕਾਲਾ ਜਿਹਾ ਨਜ਼ਰ ਆਇਆ, ਤੇ ਸੁਣਿਆ, ਉਹਨੇ ਸੋਚਿਆ ਵੀ ਇਹ ਕੋਈ ਭੂਰਾ ਰੁੜਦਾ ਆਇਆ ਕਾਲਾ। ਛਾਲ ਮਾਰੀ, ਜਦੋਂ ਉਹਨੂੰ ਫੜਿਆ ਤੇ ਰੇਸ਼ੇ ਨੇ ਉਹਨੂੰ ਫੜ ਲਿਆ। ਹੁਣ ਜਿਹੜਾ ਬਾਹਰ ਸੀ ਬੰਦਾ, ਉਹਦਾ ਸਾਥੀ, ਉਹ ਕਹਿੰਦਾ ਜੇ ਭੂਰਾ ਨਹੀਂ ਆਉਂਦਾ ਤੇ ਛੱਡ ਦੇ। ਕਹਿੰਦਾ ਮੈਂ ਤੇ ਛੱਡਦਾ, ਭੂਰਾ ਨਹੀਂ ਮੈਨੂੰ ਛੱਡਦਾ, ਹੁਣ ਇਹ ਨਹੀਂ ਮੈਨੂੰ ਛੱਡਦਾ। ਉਹ ਰੇਸ਼ੇ ਨੇ ਉਹਨੂੰ ਜੱਫਾ ਮਾਰ ਲਿਆ, ਕਹਿੰਦਾ ਭੂਰਾ ਮੈਂ ਤੇ ਛੱਡਦਾ, ਪਰ ਇਹ ਮੈਨੂੰ ਨਹੀਂ ਛੱਡਦਾ। ਹੁਣ ਇਸ ਵਾਸਤੇ ਜਿਹੜਾ ਨਾਮ ਮਹਾਂਪੁਰਖਾਂ ਦਾ, ਜਿਨ੍ਹਾਂ ਨੇ ਨਾਮ ਜਪਿਆ, ਦਿਨ ਰਾਤ ਮਿਹਨਤ ਕੀਤੀ ਹੈ, ਉਹ ਪੱਕੇ ਬੀਜ ਜਿਹੜੇ ਨਾਸ਼ ਨਹੀਂ ਹੁੰਦੇ, ਉਹ ਕਦੀ ਤਾਂ ਕਦੀ ਉਗਦੇ ਹੀ ਉਗਦੇ। ਉਹਨੂੰ ਅਸੀਂ ਛੱਡ ਦਈਏ, ਉਹ ਨਹੀਂ ਸਾਨੂੰ ਛੱਡਦਾ। ਹੁਣ ਸਵਾਮੀ ਜੀ ਮਹਾਰਾਜ ਸਾਧੂ ਦੇ ਬਾਰੇ ਫਰਮਾ ਰਿਹਾ ਹੈ, ਜੇ ਸਾਧੂ ਬਣਨਾ ਹੈ ਤੂੰ, ਤੇ ਕੀ ਤੇਰੇ ਵਿੱਚ ਇਹ ਗੁਣ ਆਏ ਕਿ ਨਹੀਂ? ਜੇ ਤੇਰੇ ਵਿੱਚ ਇਹ ਗੁਣ ਨਹੀਂ ਆਏ ਤੇ ਫਿਰ ਤੂੰ ਸਾਧੂ ਨਹੀਂ ਹੈਗਾ। ਇਹ ਚੀਜ਼ਾਂ ਤੇਰੇ ਵਿੱਚ ਆਉਣੀਆਂ ਚਾਹੀਦੀਆਂ। ਕੁਟਲ ਬਚਨ ਵੀ ਤੈਨੂੰ ਸਹਿਣੇ ਪੈਣੇ ਹੈ, ਕ੍ਰੋਧ ਵੀ ਤੈਨੂੰ ਇਸ ਨੂੰ ਵੀ ਖਤਮ ਕਰਨਾ ਹੈ। ਇਹ ਚੀਜ਼ਾਂ ਸਾਰੀਆਂ ਸਾਧ ਮਤ ਦੇ ਖਿਲਾਫ ਨੇ, ਇਹ ਸਾਰੀਆਂ ਖਿਲਾਫ ਨੇ। ਇਹਨਾਂ ਦੇ ਨਾਲ ਸਾਧ ਨਹੀਂ ਬਣ ਸਕਦਾ, ਸਾਧੂ ਨੂੰ ਜਰਨਾ ਪੈਂਦਾ ਸਭ ਕੁਛ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਜੇ ਕੋਈ ਸੁੱਟੇ ਗੁਦੜ ਕੂੜਾ ਪਾਂਗ ਰੂੜੀ ਸਹੀਏ। ਜੇ ਤੈਨੂੰ ਕੋਈ ਲਾਮੇ ਤਾਨੇ ਦਿੰਦਾ ਹੈ, ਕੁਛ ਵੀ ਕਹਿੰਦਾ, ਤੇ ਰੂੜੀ ਦੀ ਤਰ੍ਹਾਂ ਸਹੋ। ਜਿੱਦਾਂ ਰੂੜੀ ਦੇ ਉੱਤੇ ਹਰ ਇੱਕ ਚੀਜ਼, ਜੋ ਘਰ ਦੀ ਮਾੜੀ ਚੀਜ਼ ਹੁੰਦੀ, ਉਹ ਰੂੜੀ 'ਤੇ ਜਾ ਕੇ ਸੁੱਟਦੇ ਹਾਂ ਅਸੀਂ, ਬੇਕਾਰ, ਜਿਹਦਾ ਸਾਨੂੰ ਕੋਈ ਫਾਇਦਾ ਨਹੀਂ। ਪਰ ਇੱਕ ਦਿਨ ਉਸ ਰੂੜੀ ਦੇ ਵਿੱਚ ਇੱਕ ਐਸਾ ਤੱਤ ਪੈਦਾ ਹੋ ਜਾਂਦਾ ਹੈ, ਜਿਹੜਾ ਉਹ ਕਿਸੇ ਚੀਜ਼ ਵਿੱਚ ਨਹੀਂ ਹੁੰਦਾ। ਕੋਈ ਵੀ ਦੁਨੀਆ ਦੀ ਤੁਸੀਂ ਵੱਧ ਤੋਂ ਵੱਧ ਕੀਮਤਵਾਰ ਚੀਜ਼ ਲੈ ਲਓ, ਲੇਕਿਨ ਜੋ ਰੂੜੀ ਦੇ ਵਿੱਚ ਤੱਤ ਹੈ, ਉਹ ਉਹਦੇ ਵਿੱਚ ਨਹੀਂ ਹੈਗਾ। ਇਸੇ ਤਰ੍ਹਾਂ ਜਿਹੜੇ ਸਾਧੂ ਦਿਨ ਰਾਤ ਨਾਮ ਦੀ ਕਮਾਈ ਕਰਦੇ ਹੈ, ਉਹ ਲਾਮੇ ਤਾਨੇ ਸਾਰੇ ਸਹਿੰਦੇ ਹੈ, ਜੋ ਵੀ ਉੱਚੇ ਨਾਮਾ ਹੁੰਦਾ ਸਭ ਕੁਝ ਸਹਿੰਦੇ ਹੈ, ਫਿਰ ਉਹਨਾਂ ਵਿੱਚ ਵੀ ਉਹ ਤੱਤ ਪੈਦਾ ਹੋ ਜਾਂਦਾ। ਉਹਨਾਂ ਵਿੱਚ ਉਹ ਸ਼ਕਤੀ ਆ ਜਾਂਦੀ ਹੈ ਜਿਹੜੀ ਕਿਸੇ ਵਿੱਚ ਨਹੀਂ ਆਉਂਦੀ, ਜਾਂ ਮੁੱਲ ਨਹੀਂ ਵਿਕਦੀ, ਜਾਂ ਉਹ ਕਿਸੇ ਭੇਖ ਨਾਲ ਨਹੀਂ ਆ ਸਕਦੀ, ਗੱਲਾਂ ਬਾਤਾਂ ਦਾ ਮਜ਼ਮੂਨ ਨਹੀਂ। ਉਹ ਤਾਕਤ ਕੁਦਰਤੀ ਹੀ ਉਹਨਾਂ ਦੇ ਵਿੱਚ ਆ ਜਾਂਦੀ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ ਜੋ ਫਰਮਾ ਰਹੇ ਹੈ, ਸਾਡੀ ਮਜ਼ਬੂਤੀ ਵਾਸਤੇ, ਸਾਨੂੰ ਸਮਝਾਉਣ ਵਾਸਤੇ, ਕਿ ਅਗਰ ਤੂੰ ਸਾਧੂ ਬਣਨਾ ਹੈ ਤੇ ਆਹ ਗੱਲਾਂ ਸੋਚ ਲੈ, ਇਹਨਾਂ ਨੂੰ ਬਰਦਾਸ਼ਤ ਕਰਨਾ ਪਏਗਾ। ਅਗਰ ਤੂੰ ਬਰਦਾਸ਼ਤ ਨਹੀਂ ਕਰ ਸਕਦਾ ਤੇ ਫਿਰ ਜੋ ਤੂੰ ਕੀਤਾ ਹੋਵੇਗਾ ਉਹ ਤੇਰਾ ਫਟਾਫਟ ਨਾਸ਼ ਹੋ ਜਾਏਗਾ। ਜਿਹੜੀ ਅਸੀਂ ਕਮਾਈ ਕਰਾਂਗੇ, ਕ੍ਰੋਧ ਆਏਗਾ ਉਹ ਖਤਮ ਹੋ ਜਾਏਗੀ, ਲੋਭ ਆਏਗਾ ਖਤਮ ਹੋ ਜਾਏਗੀ, ਔਰ ਕੋਈ ਸਾਡੇ ਵਿੱਚ ਕੋਈ ਐਸਾ ਬੈਲਦਾਰੀ ਆ ਜਾਏਗੀ, ਸਾਡੀ ਕਮਾਈ ਖਤਮ ਹੋ ਜਾਏਗੀ। ਇਹ ਸਭ ਕੁਝ ਹੀ ਸਾਧੂ ਨੂੰ ਜਰਨਾ ਪੈਂਦਾ ਹੈ।
ਹਾਂਜੀ। मान न छोड़ो क्रोध न छोड़ो। ਸੰਤਾਂ ਦੀ ਬਾਣੀ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਦੀ ਬਾਣੀ ਸੁਣ ਕੇ ਸਾਨੂੰ ਉਹਦੇ 'ਤੇ ਤਜਰਬੇ ਕਰਨੇ ਚਾਹੀਦੇ ਹੈ ਔਰ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਹਾਰਾਜ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਫਰਮਾਇਆ, ਰਾਮਾ ਹਮ ਦਾਸਨ ਦਾਸ ਕਰੀਜੇ। ਐ ਰਾਮ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਦੇ। ਦੇਖੋ ਕਿਤਨੀ ਨਿਮਰਤਾ, ਕਿਤਨਾ ਪਿਆਰ ਕਿ ਤੂੰ ਆਪਣਾ ਵੀ ਦਾਸ ਨਹੀਂ ਬਣਾ, ਜਿਹੜੇ ਤੇਰੇ ਦਾਸ ਨੇ ਤੂੰ ਉਹਨਾਂ ਦਾ ਦਾਸ ਮੈਨੂੰ ਬਣਾ ਦੇ। ਇਹ ਸਾਧ ਬਣਨ ਦਾ ਤਰੀਕਾ ਹੈ। ਜੇ ਸਾਡੇ ਵਿੱਚ ਇਹ ਗੁਣ ਨਹੀਂ ਆਉਂਦੇ ਤੇ ਫਿਰ ਅਸੀਂ ਸਾਧ ਕਿੱਦਾਂ ਬਣ ਸਕਦੇ ਹਾਂ? ਜੇ ਬਣ ਵੀ ਜਾਵਾਂਗੇ ਤੇ ਫਾਇਦਾ ਕੀ ਹੋਊਗਾ? ਸਭ ਤੋਂ ਪਹਿਲਾਂ ਸਾਨੂੰ ਇਸ ਲਾਈਨ 'ਤੇ ਚੱਲਣਾ ਪਏਗਾ। ਜੇ ਇਸ ਲਾਈਨ 'ਤੇ ਅਸੀਂ ਚੱਲਾਂਗੇ, ਬਰਦਾਸ਼ਤ ਕਰਾਂਗੇ, ਤਾਂ ਸਾਡੀ ਮਿਹਨਤ ਜਿਹੜੀ ਹੈ ਉਹ ਜਮ੍ਹਾਂ ਹੁੰਦੀ ਜਾਏਗੀ। ਹਜ਼ੂਰ ਜਿਨ੍ਹਾਂ ਦਾ ਦਰਬਾਰ ਹੈ, ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਹਦਾ ਗੀਜਾ ਪਾਟਾ ਹੋਏਗਾ ਉਹ ਕਮਾਈ ਕਰ ਕਰਕੇ ਆਪਣੇ ਗੀਜੇ 'ਚ ਪਾਈ ਜਾਏਗਾ, ਥੱਲੇ ਡਿੱਗਦੀ ਰਹੇਗੀ। ਗੀਜਾ ਕਹਿ ਦਿਓ, ਜੇਬ ਕਹਿ ਦਿਓ, ਪੈਕਟ ਕਹਿ ਦਿਓ, ਜੋ ਤੁਹਾਡੀ ਮਰਜ਼ੀ ਹੈ। ਅਗਰ ਉਹ ਪਾਟੀ ਹੋਏਗੀ, ਤੁਸੀਂ ਉਹਦੇ ਵਿੱਚ ਕਮਾਈ ਕਰਕੇ ਪਾਓਗੇ, ਉਸ ਥੱਲੇ ਗਿਰ ਜਾਏਗੀ। ਸਾਡੀ ਵੀ ਕਮਾਈ ਜਿਹੜੀ ਅਸੀਂ ਕਰਾਂਗੇ, ਪਰਮਾਰਥ ਕਮਾਵਾਂਗੇ, ਭਜਨ ਕਰਾਂਗੇ ਜਾਂ ਹੋਰ ਕੁਛ ਕਰਾਂਗੇ, ਦਾਨ ਪੁੰਨ ਕਰਾਂਗੇ, ਜੇ ਸਾਡੇ ਵਿੱਚ ਇਹ ਚੀਜ਼ਾਂ ਆ ਗਈਆਂ, ਪ੍ਰਵੇਸ਼ ਕਰ ਗਈਆਂ, ਤਾਂ ਸਾਡੀ ਕਮਾਈ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਜੇਬ 'ਚੋਂ ਪੈਸੇ ਨਿਕਲ ਜਾਂਦੇ ਹੈ, ਇਸ ਤਰ੍ਹਾਂ ਇਹ ਵੀ ਨਿਕਲ ਜਾਏਗੀ। ਅਸੀਂ ਖਾਲੀ ਦੀ ਖਾਲੀ ਹੋ ਜਾਵਾਂਗੇ। ਜਿਨ੍ਹਾਂ ਫਕੀਰਾਂ ਨੇ ਦਿਨ ਰਾਤ ਨਾਮ ਜਪਿਆ, ਉਹਨਾਂ ਨੇ ਸਭ ਕੁਝ ਸਿਆ। ਉਹਨਾਂ ਨੂੰ ਅਸੀਂ ਚੋਰ ਵੀ ਕਹਿੰਦੇ ਹਾਂ, ਬਦਮਾਸ਼ ਵੀ ਕਹਿੰਦੇ ਹਾਂ, ਉਹਨਾਂ ਨੂੰ ਅਸੀਂ ਬੇਲੇ ਵੀ ਕਹਿੰਦੇ ਹਾਂ, ਬੇਲੇ ਚੁੱਟ ਖਾਂਦੇ ਆ ਜੀ, ਜੇ ਕਰਦੇ ਆ ਜੀ, ਉਹ ਕਰਦੇ ਆ ਜੀ। ਉਹ ਚੁੱਪ ਕਰਕੇ ਸਹਿੰਦੇ ਰਹਿੰਦੇ ਆ, ਉਹ ਚੁੱਪ ਕਰਕੇ ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰਦੇ ਰਹਿੰਦੇ ਹੈ ਅਤੇ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਧਿਆਨ ਲਾਉਂਦੇ ਹੈ, ਉਹਦਾ ਸਿਮਰਨ ਕਰਦੇ ਰਹਿੰਦੇ ਹੈ। ਸਾਧ ਮਤ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਤੂੰ ਸਾਧ ਮਤ ਵਿੱਚ ਆਉਣਾ ਹੈ ਅਤੇ ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰਨਾ ਪਏਗਾ। ਜੇ ਬਰਦਾਸ਼ਤ ਕਰੇਗਾ ਤੇ ਫਿਰ ਤੇਰੀ ਕਮਾਈ ਜਿਹੜੀ ਉਹ ਜਮ੍ਹਾਂ ਹੁੰਦੀ ਜਾਏਗੀ। ਜੇ ਤੂੰ ਕੋਈ ਸੇਵਾ ਕਰੇਗਾ, ਦਾਨ ਪੁੰਨ ਕਰੇਗਾ, ਭਜਨ ਕਰੇਗਾ, ਹੋਰ ਕੁਛ ਕਰੇਗਾ, ਉਹ ਤੇਰਾ ਜਿਸ ਤਰ੍ਹਾਂ ਇੱਕ ਕੱਖ ਅੜਦਾ ਕਿਤੇ ਤੇ ਉਹਦੇ ਨਾਲ ਕਈ ਕੱਖ ਅੜ ਜਾਂਦੇ ਆ, ਉੱਥੇ ਥਲ ਬਣ ਜਾਂਦੇ ਆ, ਦਰਿਆਵਾਂ ਦੇ ਥਲ ਬਣ ਜਾਂਦੇ। ਦਰਿਆ ਵਗਦੇ ਜਿਹੜੇ ਹੈ ਪਾਸੇ ਤੇ ਹੋ ਜਾਂਦੇ ਹੈ। ਤੁਸੀਂ ਦੇਖਿਆ ਕਈ ਦਰਿਆਵਾਂ ਦੀਆਂ ਜਗ੍ਹਾ, ਕਈ ਦਰਿਆ ਵਗਦੇ ਜਿਹੜੇ ਹੈ ਇੱਕ ਇੱਕ ਕੱਖ ਨਾਲ ਅੜਦਿਆਂ ਅੜਦਿਆਂ ਉੱਥੇ ਦਰੇੜੇ ਬਣ ਜਾਂਦੇ ਹੈ ਔਰ ਉਹ ਜ਼ਮੀਨਾਂ ਬਣ ਜਾਂਦੀਆਂ ਨੇ। ਔਰ ਦਰਿਆ ਜਿਹੜਾ ਦਰਿਆ ਸ਼ਰਮ ਦਾ ਮਾਰਾ ਪਿੱਛੇ ਹੋ ਜਾਂਦਾ ਔਰ ਉਸ ਜਗ੍ਹਾ 'ਤੇ ਕਈਆਂ ਜੀਵਾਂ ਨੂੰ ਫਿਰ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ, ਫਸਲ ਹੋਣਾ ਸ਼ੁਰੂ ਹੋ ਜਾਂਦੇ ਹੈ, ਸਬਜ਼ੀਆਂ ਹੋ ਜਾਂਦੀਆਂ ਨੇ ਔਰ ਘਾਸ ਫੂਸ ਹੋ ਜਾਂਦਾ, ਜਾਨਵਰਾਂ ਨੂੰ ਫਾਇਦਾ ਹੁੰਦਾ, ਪਸ਼ੂਆਂ ਨੂੰ ਫਾਇਦਾ ਹੁੰਦਾ। ਇਸੇ ਤਰ੍ਹਾਂ ਅਸੀਂ ਨਾਮ ਦੀ ਕਮਾਈ, ਇਹ ਤੁਹਾਨੂੰ ਦੱਸਣੀ ਨਹੀਂ ਕਿਸੇ ਨੇ। ਤੁਸੀਂ ਜਾਓ ਕਿਸੇ ਸਤਸੰਗ ਦੇ ਵਿੱਚ, ਜੇ ਤੁਹਾਨੂੰ ਦੱਸੂਗਾ ਤਾਂ ਮੈਨੂੰ ਦੱਸਿਓ ਆ ਕੇ। ਇਹ ਗੱਲਾਂ ਤੁਹਾਨੂੰ ਦੱਸਣੀਆਂ ਨਹੀਂ ਕਿਸੇ ਨੇ ਵੀ। ਹਾਂਜੀ। मान न छोड़ो क्रोध न छोड़ो, कुटिल बचन नहीं सहते। ਬਾਬਾ ਜੀ ਜਿਨ੍ਹਾਂ ਨੇ 40 ਸਾਲ ਤਪੱਸਿਆ ਕੀਤੀ ਹੈ, ਉਹਨਾਂ ਦੇ ਵਿੱਚ ਇਹ ਗੁਣ ਸਾਰੇ ਆਏ। ਉਹਨਾਂ ਦੀਆਂ ਕਹਾਣੀਆਂ ਕਥਾ ਅਸੀਂ ਸੁਣੀਆਂ, ਉਹਨਾਂ ਸੁਣਾਈਆਂ ਨੇ, ਕਿਉਂਕਿ ਜਿਹੜਾ ਕਰਦਾ ਹੈ, ਜੋ ਕਰਦਾ ਉਹ ਦੱਸਦਾ ਹੈ, ਸੁਣਾਉਂਦਾ ਹੈ। ਜਿਹਨੇ ਕਰਨਾ ਕੁਛ ਨਹੀਂ, ਉਹਨੇ ਦੱਸਣਾ ਕੀ ਕਿਸੇ ਨੂੰ? ਉਹਨੇ ਦੱਸਣਾ ਵੀ ਕੀ ਹੈ? ਜਿਹੜਾ ਕਰਦਾ ਹੈ ਉਹ ਇੱਕ ਇੱਕ ਗੱਲ ਦੱਸੇਗਾ ਵੀ ਇੱਦਾਂ ਦੀ ਇੱਦਾਂ ਕਰੋ, ਐਸਾ ਕਰੋ। ਕਈ ਲੋਕ ਉਹਨਾਂ ਦੇ ਵਕਤ ਆਉਂਦੇ ਹੁੰਦੇ ਸੀ ਭਜਨ ਕਰਦੇ, ਕਈਆਂ ਨੇ
ਜ਼ਬਰਦਸਤੀ ਕਰਨੀ, ਕਾਹਲੀ ਕਰਨੀ, ਇਹ ਸਹਿਜ ਮਤ ਹੈ। ਇਹਦੇ 'ਚ ਕਾਹਲੀ ਦੀ ਜ਼ਰੂਰਤ ਨਹੀਂ ਹੈ, ਜ਼ਬਰਦਸਤੀ ਦੀ ਜ਼ਰੂਰਤ ਨਹੀਂ ਹੈ। ਇੱਥੇ ਸ਼ਾਂਤੀ ਦੀ ਜ਼ਰੂਰਤ ਹੈ ਔਰ ਸਹਿਜ ਪੱਕੇ ਸੋ ਮਿੱਠਾ ਹੋਏ। ਇਹ ਬੰਦਗੀ ਜਿਹੜੀ ਹੈ ਸਹਿਜੇ ਸਹਿਜੇ ਹੈ। ਕਈ ਬੰਦੇ ਕਈ ਵਾਰ ਰੋਟੀ ਛੱਡ ਦਿੰਦੇ, ਕਈ ਵਾਰ ਪਾਣੀ ਛੱਡ ਦਿੰਦੇ, ਕਈ ਵਾਰ ਉਹ ਜ਼ਬਰਦਸਤੀ ਕਹਿੰਦੇ ਅਸੀਂ ਜ਼ਿਆਦਾ ਬਹਿ ਜਾਂਦੇ ਹਾਂ, ਕਈ ਵਾਰ ਉਹਨਾਂ ਦੇ ਅੰਦਰ ਗਰਮੀ ਪੈਦਾ ਹੋ ਜਾਂਦੀ ਹੈ, ਗਰਮੀ ਨਾਲ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ। ਹੁਣ ਇਸ ਚੀਜ਼ ਦੀਆਂ ਦਵਾਈਆਂ ਜਿਹੜੀਆਂ ਨੇ, ਜਿਨ ਕੰਮ ਕੀਤਾ ਉਹਦੇ ਕੋਲ ਨੇ, ਉਹ ਦੱਸੇਗਾ, ਜਿਸ ਨੇ ਨਹੀਂ ਕੀਤਾ ਉਹ ਨਹੀਂ ਦੱਸ ਸਕਦਾ। ਕਈ ਐਸੇ ਵੀ ਆਉਂਦੇ ਹੁੰਦੇ ਸੀ ਜਿਨ੍ਹਾਂ ਨੂੰ ਬਾਬਾ ਜੀ ਨੇ ਕਹਿਣਾ ਤੁਸੀਂ ਇਸ ਤਰ੍ਹਾਂ ਕਰੋ, ਹੁਣ ਤੁਸੀਂ ਥੋੜ੍ਹਾ ਸੈਰ ਕਰੋ ਔਰ ਕੌੜਾ ਤੇਲ ਲੈ ਕੇ ਉਸ ਨੂੰ ਗਰਮ ਕਰ ਲਓ, ਗਰਮ ਕਰਕੇ ਆਪਣੀ ਕਿਸੇ ਸ਼ੀਸ਼ੀ 'ਚ ਪਾ ਲਓ। ਜਦੋਂ ਖਾਣਾ ਖਾਣ ਲੱਗੋਗੇ ਤੁਸੀਂ ਆਪਣੇ ਸਬਜ਼ੀ ਭਾਜੀ ਵਿੱਚ ਛੜਾਕੀ ਆਦਿ ਛੜਾਕੀ ਜਿੰਨਾ ਵੀ ਤੁਸੀਂ ਖਾਓਗੇ ਉਹਨੂੰ ਪਾ ਲਿਓ। ਤੁਹਾਡੇ ਅੰਦਰੋਂ ਜਿਹੜੀ ਉਹ ਗੈਸ ਤੁਹਾਡੇ ਅੰਦਰ ਪੈਦਾ ਹੋਇਆ ਉਹ ਖਤਮ ਹੋ ਜਾਏਗਾ। ਇਸ ਤਰ੍ਹਾਂ ਦੇ ਕਈ ਪ੍ਰੇਮੀਆਂ ਨੂੰ ਜਿਹੜੇ ਭਜਨ ਕਰਦੇ ਸੀ, ਕਈ ਕਾਹਲੀ, ਫਿਰ ਕਹਿਣਾ ਕਾਹਲੀ ਕਰਨ ਦੀ ਲੋੜ ਨਹੀਂ, ਸਹਿਜੇ ਸਹਿਜੇ ਖਾਣਾ ਵੀ ਖਾਣਾ, ਸੈਰ ਵੀ ਕਰੋ, ਕੰਮ ਵੀ ਕਰੋ, ਭਜਨ ਵੀ ਕਰੋ, ਤਾਂ ਕਿ ਸਹਿਜੇ ਸਹਿਜੇ ਹਰ ਇੱਕ ਬੰਦਾ ਚੁਬਾਰੇ 'ਤੇ ਛਾਲ ਮਾਰ ਕੇ ਨਹੀਂ ਜਾ ਸਕਦਾ, ਪੌੜੀਆਂ ਚੜ੍ਹ ਚੜ੍ਹ ਕੇ ਜਾ ਸਕਦਾ। ਇੱਕ ਇੱਕ ਕਦਮ ਨਾਲ ਬੰਦਾ ਕਿੱਥੇ ਪਹੁੰਚ ਜਾਂਦਾ। ਜੇ ਕਹੇ ਕਿ ਮੈਂ ਛਾਲ ਮਾਰ ਕੇ ਉੱਪਰ ਚਲੇ ਜਾਂ ਤਾਂ ਕਿੱਦਾਂ ਜਾਏਗਾ, ਕਿਸ ਤਰ੍ਹਾਂ ਜਾਏਗਾ? ਇੱਕ ਇੱਕ ਪੌੜੀ ਦੇ ਨਾਲ ਉੱਪਰ ਚੁਬਾਰਿਆਂ 'ਤੇ ਜਾ ਸਕਦਾ ਹੈ। ਇਸ ਤਰੀਕੇ ਨਾਲ ਜਿਹਨਾਂ ਨੇ ਕੰਮ ਕੀਤੇ ਹੈ ਉਹਨਾਂ ਨੂੰ ਇਹ ਤਜਰਬੇ ਉਹ ਦੱਸਦੇ ਆ ਵੀ ਇਸ ਤਰ੍ਹਾਂ ਕਰਨਾ ਹੈ, ਜ਼ਬਰਦਸਤੀ ਦੀ ਜ਼ਰੂਰਤ ਨਹੀਂ ਹੈ। ਹਾਂਜੀ। काम न छोड़ो, क्रोध न छोड़ो, कुटिल बचन नहीं सहते। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਕਾਮ ਨਾ ਛੋੜੋ, ਕ੍ਰੋਧ ਨਾ ਛੋੜੋ, ਕੁਟਲ ਬਚਨ ਨਹੀਂ ਸਹਤੇ। ਇਹ ਦੋ ਸ਼ਕਤੀਆਂ ਜਿਹੜੀਆਂ ਕਾਮ ਕ੍ਰੋਧ, ਇਹ ਅੱਗ ਸੰਤ ਕਹਿੰਦੇ ਆ ਕਿ ਅੱਗ ਹੈ। ਇਹ ਜਿਸ ਪਾਸੇ ਵੀ ਜਾਏਗਾ, ਇਹ ਪਹਿਲਾਂ ਤਾਂ ਉਹਦਾ ਆਪਣਾ ਆਪ ਮਕਾਨ, ਜਿੱਥੇ ਅੱਗ ਲੱਗਦੀ ਹੈ ਕਿਸੇ ਮਕਾਨ ਨੂੰ, ਜਿੱਥੇ ਅੱਗ ਲੱਗਦੀ ਹੈ ਪਹਿਲਾਂ ਉਹ ਫੁਕਾਉਂਦਾ ਹੈ, ਉਹਦੇ ਬਾਅਦ ਜਿਹੜਾ ਗੁਆਂਢੀਆਂ ਦਾ ਹੁੰਦਾ ਫਿਰ ਉੱਧਰ ਅੱਗ ਜਾਂਦੀ ਹੈ। ਜਿਸ ਦੇ ਅੰਦਰ ਕ੍ਰੋਧ ਆਉਂਦਾ ਹੈ ਸਭ ਤੋਂ ਪਹਿਲਾਂ ਤਾਂ ਉਹਦਾ ਮਕਾਨ ਖਤਮ ਹੁੰਦਾ ਹੈ, ਉਸ ਤੋਂ ਬਾਅਦ ਜਿਹੜਾ ਦੂਜੇ 'ਤੇ ਕਰੇਗਾ ਫਿਰ ਉਹ ਰਹਿੰਦਾ ਖਾਂਦਾ ਉਹਦੇ 'ਤੇ ਜਾਂਦਾ ਹੈਗਾ। ਇਹ ਅੱਗ ਹੈ। ਸੰਤ ਕਹਿੰਦੇ ਕਿ ਇਸ ਅੱਗ ਨੂੰ ਖਤਮ ਕਰਨਾ ਹੈ। ਅਤੇ ਕਿਸ ਤਰ੍ਹਾਂ ਅਸੀਂ ਖਤਮ ਕਰਨਾ ਹੈ? ਭਜਨ ਦੇ ਜ਼ਰੀਏ। ਜਿਉਂ-ਜਿਉਂ ਅਸੀਂ ਭਜਨ ਕਰਾਂਗੇ ਸੰਤਾਂ ਮਹਾਂਪੁਰਖਾਂ ਦੇ ਕਹਿਣ 'ਤੇ, ਇਹ ਆਸਤੇ ਆਸਤੇ ਸਾਡੇ ਅੰਦਰੋਂ ਅੱਗ ਜਿਹੜੀ ਖਤਮ ਹੋਣਾ ਸ਼ੁਰੂ ਹੋ ਜਾਏਗੀ। ਕੱਖ ਪਾਇਆ ਅੱਗ ਖਤਮ ਨਹੀਂ ਹੁੰਦੀ, ਇਹਦੇ 'ਤੇ ਪਾਣੀ ਪਾਇਆ ਖਤਮ ਹੁੰਦੀ। ਅਤੇ ਸ਼ਬਦ ਦੀ ਕਮਾਈ ਜਿਹੜੀ ਕਰਨੀ ਹੈ, ਸਿੱਖਣਾ, ਉਹ ਪਾਣੀ ਪਾਣਾ ਹੈ। ਅਤੇ ਅੱਗ 'ਤੇ ਤੁਸੀਂ ਬਹਿਸ ਮੁਹਾਸਾ ਕਰੋ, ਇੱਕ ਦੂਜੇ ਨੂੰ ਗਾਲਾਂ ਦੇਵੇ, ਦੂਜਾ ਦੂਜੇ ਨੂੰ ਗਾਲਾਂ ਦੇਵੇ, ਆਪੇ ਕੱਖ ਪੈਂਦੇ ਜਾਂਦੇ, ਅੱਗ ਮੱਚਦੀ ਜਾਂਦੀ ਹੈ। ਕਦੀ ਮੱਠੀ ਵੀ ਹੁੰਦੀ ਹੈ, ਇੱਕ ਦੂਜੇ ਨੂੰ ਦਿੰਦਾ, ਦੂਜਾ ਦੂਜੇ ਨੂੰ ਦਿੰਦਾ, ਕਰੋਧ ਦੀਆਂ ਗੱਲਾਂ ਕਰੇਗਾ, ਉਹ ਕੱਖ ਪਾਈ ਜਾਓ ਅਤੇ ਉਹ ਮੱਗੀ ਜਾਏਗੀ ਅੱਗ। ਸੈਂਤ ਨਾਮ ਜਪਦੇ ਹੈ, ਈਸ਼ਵਰ ਦੀ ਭਗਤੀ ਕਰਦੇ ਹੈ, ਉਹਦੇ 'ਤੇ ਪਾਣੀ ਪਾਉਂਦੇ, ਉਸ ਦੇ ਨਾਲ ਉਹ ਅੱਗ ਜਿਹੜੀ ਠੰਡੀ ਹੁੰਦੀ ਹੈ, ਮੱਠੀ ਹੋ ਜਾਂਦੀ ਹੈ, ਉਹ ਬਚ ਜਾਂਦਾ ਹੈ। ਜਿਸ ਨੂੰ ਅੱਗ ਲੱਗ ਗਈ ਉਹ ਸੜ ਗਿਆ ਮਕਾਨ, ਉਹਦੇ ਕੁਛ ਵੀ ਨਹੀਂ ਉਹਦੇ ਨਜ਼ਰ ਆਉਂਦਾ। ਫਿਰ ਮਕਾਨ ਦੇ ਵਿੱਚ ਜੋ ਜਾਇਦਾਦ ਹੁੰਦੀ ਉਹ ਵੀ ਸੜ ਜਾਂਦੀ ਹੈਗੀ। ਹਾਂਜੀ। कोमल चित न कोमल बोली, दया पाव नहीं लेते। स्वामी जी महाराज सानू ये सिक्ख्या दे रहे है। संतां दा बाणी विच कहण दा मकसद की है कि सानू वो सिखा रहा है, सानू पट्टी पढ़ा रहा है। ये सानू दस रहा भी इस तरीके नाल तुसी चलना है।
ਕੋਮਲ ਚਿੱਤ ਰੱਖੋ ਔਰ ਆਪਣੀ ਬੋਲੀ 'ਚ ਵੀ ਫਰਕ ਪਾਓ। ਬੋਲੀ ਵੀ ਕੋਮਲ ਔਰ ਦਇਆ ਭਾਵ ਅੰਦਰ ਰੱਖੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਬਚਾਓ ਦਾ ਰਸਤਾ ਹੈ। ਇਹਦੇ ਨਾਲ ਹੀ ਅਸੀਂ ਬਚ ਸਕਦੇ ਹਾਂ ਔਰ ਦੂਸਰੀਆਂ ਚੀਜ਼ਾਂ ਨਾਲ ਅਸੀਂ ਬਚ ਨਹੀਂ ਸਕਦੇ। स्वामी जी महाराज फरमाते हैं, कुंभल चित्त दया मन तारो परमार्थ का खोज लगाना, कि परमार्थी तद ही तू बन सकता है जे यह गुण तेरे विच आउणगे। ये साध मत दे विच गुरु साहब जी सानू समझा रहे ने कि इस तरीके नाल तुसी तुरना है, इन्हां चीज़ां नूं तुसी बर्दाश्त करना है। हाँ जी। कोमल चित न कोमल बोली, दया पाव नहीं ले से, आप पूजावत काहू न पूजत, माग माग तन जोड़त पैसे। ये साधु दे बारे गुरु साहब जी फरमा रहे हैं कि अपने आप को पुजाण की कोशिश करता है कि मैनू पूजो, मैनू मनो, मेरा आदर मान करो, और जोड़ जोड़ के तन पदारथ इकट्ठा करता है, और दूसरे पासों अपने आप को पुजाण की कोशिश करता है। पूजन की किसी को पूजन की कोशिश नहीं करता। असी बाणी का तजर्बा करना, बाणी ने सुनना है कि जितने भी संत महापुरख होए है उन्होंने किसी ने पूजया कि जां वो आपे पहले पुजाए। सब तो पहला उन्होंने सेवा की है, फिर उन्होंने सेवा का फल मिलया है। हर एक चीज़ का फल सानू मिलता है। दुनिया की मिसाल तुसी ले लो, कोई भी दुनिया की चीज़ है, तुसी जमीन की सेवा करोगे तो कणक चौल सब्जियां सब कुछ देगी। पशु की सेवा करोगे तो दुध नहीं देगा। किसी वृक्ष की सेवा करोगे तो वो फल देगा। कि जहाँ सेवा के पहला तो फल मिल जाएगा, या सेवा के पहला तो दुध दही मिल जाएगा। जमीन की सेवा ना करोगे तो कणक चौल पहला मिल सकते हैं। सारे संत महापुरख जितने भी दुनिया ते आए हैं, चाहे कोई हिंदू आया, चाहे मुसलमान, चाहे ईसरी है, चाहे पुरुष है, उन्हें पहला सेवा की है, फिर उन्होंने बाद विच उहदा फल मिले। स्वामी जी महाराज सानू समझा रहे हैं कि भाई तेरा फर्ज है पहला तू सेवादार बन, तू सेवा कर, सेवा करा ना। सेवा कराएगा तेरे च मान आ जाएगा, तेरा लेखा कीता खत्म हो जाएगा, जो तू कीता होएगा। किया कराया सब गया जदों आया हंकार, तेरा मान खुदा नूं ना भावे, बंदिया तू मान ना करी। जदों भी कोई सेवा कराउंदा उहदे च फिर मान आ जाता है, पल्ले कुछ हुंदा नहीं, उस मान नूं फिर वो थम नहीं सकता, फिर उन्होंने नष्ट कर देंदा हैगा। इस वास्ते स्वामी जी महाराज बाणी जी जो फरमा रहे हैं, सानू ये सिक्ख्या दे रहे हैं कि तेरा फर्ज है कि पहला तू सेवा कर। सेवा कर, उस वृक्ष की सेवा कर जिहदे तू फल लेना है, उस पशु की सेवा कर जिहदे तू दुध दही लेना है, और जमीन की सेवा कर जिहदे तू कणक चौल लेने हैं। जे तू उस मालिक का रस्ता लेना है तो किसी साधु संत की सेवा कर, जिन्हें अगे कीती होवेगी, जिसने उस राह ते चले है, जिसने उस चीज़ नूं देखिया जां पाया है, तो ओदी सेवा करो, दे हुक्म च चल। मान ना कर, पहला ना करा कुछ भी, पिछे ऐटोमैटिक अपने आप ही होंदी है, फिर करन दी लोड़ ही नहीं, कराउण दी जरूरत नहीं। जितने भी संत महापुरख होए है, उन्हें किसी ने कहा भी साड़ी तुसी सेवा करो, असी लोग आपे करते हैं। उन्होंने दे साल असी दिन मनाते हैं, वो सानू कहण दे तुसी साढ़े दिन मनाओ।
ਕਿਉਂ ਕਰਦੇ ਹਾਂ? ਲੱਖਾਂ ਰੁਪਈਏ ਅਸੀਂ ਖਰਚ ਕਰਦੇ ਹਾਂ, ਸਾਰੇ ਉਹਨਾਂ ਦਾ ਆਦਰ ਮਾਣ ਕਰਦੇ ਹਾਂ, ਉਹ ਦੁਨੀਆ ਤੋਂ ਚਲਾ ਵੀ ਗਏ ਹੈ। ਜਾਣੀ ਸਰੀਰ ਜਿਹੜੇ ਹੈ, ਸਰੀਰ ਹੀ ਬਦਲਣਾ, ਬਾਕੀ ਚੀਜ਼ ਤੇ ਨਹੀਂ ਬਦਲਦੀ। ਲੇਕਿਨ ਅਸੀਂ ਲੋਕ ਫਿਰ ਵੀ ਲੱਖਾਂ ਰੁਪਏ ਉਹਨਾਂ ਦੇ ਨਾਂ 'ਤੇ ਖਰਚ ਕਰਦੇ ਹਾਂ, ਜੱਗ ਲਾਉਂਦੇ ਹਾਂ, ਉਹਨਾਂ ਦੇ ਦਿਨ ਤਿਉਹਾਰ ਮਨਾਉਂਦੇ ਹਾਂ। ਕਿਉਂ ਮਨਾਉਂਦੇ ਹਾਂ? ਉਹਨਾਂ ਨੇ ਨੇਕ ਪਾਕ ਕੰਮ ਕੀਤੇ, ਅੱਛੇ ਕੰਮ ਕੀਤੇ ਹੈ, ਅੱਛੇ ਕੰਮਾਂ ਦਾ ਜਿਹੜਾ ਰਿਜ਼ਲਟ ਹੈ ਉਹ ਅੱਛਾ ਹੈ। ਇਸ ਵਾਸਤੇ ਅਸੀਂ ਲੋਕ ਉਹਨਾਂ ਦੇ ਦਿਨ ਮਨਾਉਂਦੇ ਹਾਂ। ਲੱਖਾਂ ਰੁਪਈਏ ਜਿਤਨੀ ਸ਼ਰਧਾ ਕਿਸੇ 'ਚ ਆਉਂਦੀ ਹੈ, ਕੋਈ ਆਪਣੇ ਕਮਾਈ 'ਚੋਂ ਲਗਾਉਂਦਾ ਹੈਗਾ। ਇਸ ਵਾਸਤੇ स्वामी जी महाराज जो बाणी 'ਚ फरमा रहे, ठीक फरमा रहे है कि भाई तू पहले आपे सेवादार बन, आपे सेवादार बन, फिर तेनू कहण दी जरूरत नहीं हैगा। फिर वो कुदरती ही उपरों ही हुक्म आ जाता है, सब कुछ उपरों ही आना। फल जदों बड़ प्राप्त होया, दरख्त ने फल देना ही देना हैगा, ये नहीं कि नहीं देना हैगा। हाँ जी। आप पुजावत काहू न पूजत, माग माग तन जोड़त पैसे, काम क्रोध छूटा लोभ न छूटा, मोई रखा दारत पीसे। गुरु साहब जी साधु दे बारे फरमा रहे है, काम क्रोध तू छुटा नहीं, मोह ईर्खा तू नहीं छुटा। ईर्खा भी चलती रही, जद ईर्खा करता है तो साधपुणा किधर गया? एक पासे बाणी 'ਚ लिखिया सरबत का भला, वो सरबत का भला कित्थों होया? जद असी एक दूसरे की ईर्खा ही करनी है से सरबत का भला किस तरह होया? स्वामी जी महाराज इसे वास्ते फरमाउंदे है, सबको सुख पजा तेरे भले को कहो, सबको मिठा बोल तेरे भले को कहो। इस नूं अच्छा काम करन दा, सब नूं मिठा जिहड़ा बोलना है, वो सारिਆਂ ਨੂੰ सुख पजाण दी। और किसी नाल सुख चीज़ तुसी खाना खवा दो, किसी नूं कोई भैड़ी गल कह दिओ, उही सुहा बन जाती। कपड़ा दे दोगे, पैसे दे दोगे, कोई माड़ी गल कह दोगे, वो कुछ भी नहीं रहेगा पल्ले। तुसी मिठी जबान नाल प्यार नाल तुसी बोलोगे, उन्होंने ठंड पै जाएगी, वो खुश हो जाएगा तुहाडे ते। एक पातशाह का नौकर सी, ते पातशाह ने नौकर नूं कहा कि अज कौड़े तो कौड़ा खाना बना। नौकर जिहड़ा सी वो कोई साधुआं संतां दी सेवा करदा हुंदा सी, संगत करदा सी, उहनूं कोई समझ सी। उसने एक जबान का नक्शा बना के तल के अगे रख दिता। पातशाह कहता है, ये की कौड़ा हैगा? नौकर ने कहा, महाराज ये बहुत कौड़ा है, ये खाना बहुत कौड़ा है। जिस घर में इसका वरताव हो जाता है, वो घर की फलटी फलटी हो जाती। प्यो पुत दे दुश्मन बन जाते, भरा भरा दे दुश्मन बन जाते, कतलोआम होना शुरू हो जाता है। जिस पिंड विच ये खाना चला जाता, पिंड की तपाई कर दिंदा। जिस राज विच ये खाना चला जाता है, राज की तपाई कर दिंदा। कैरों पांडवां दा जंग होया, काहदे नाल होया? जबान तो होया। पातशाह नूं मनना पिया कि ठीक है, कौड़ी जबान किसी नूं कह दो, कुछ कह दो। आबत गाली, कबीर साहब ने कहा, आबत गाली एक है, उल्टत गाली नेक। कहे कबीर ना उल्टी है, एक ही एक, वो एक होगी, उन्होंने उल्टो ना, एक आई है तो एक रहेगी। जे उल्टिया तो नेकां बन गई। पातशाह नूं मनना पिया कि ठीक है, ये खाना वाकई कौड़ा है। दूसरे दिन कहा कि अज मिठे तो मिठा खाना बना।
ਉਸਨੇ ਫਿਰ ਜ਼ਬਾਨ ਦਾ ਨਕਸ਼ਾ ਤਿਆਰ ਕਰਕੇ ਤਲ ਕੇ ਰੱਖ ਦਿੱਤਾ। ਪਾਤਸ਼ਾਹ ਨੇ ਕਿਹਾ ਇਹ ਕੱਲ੍ਹ ਵਾਲਾ ਖਾਣਾ ਹੈ? ਕਹਿਣ ਲੱਗੇ ਜੀ ਨਹੀਂ, ਇਹ ਕੱਲ੍ਹ ਵਾਲਾ ਨਹੀਂ ਹੈ, ਇਹ ਹੋਰ ਹੈ। ਇਹ ਹੋਰ ਕਿਹੜਾ ਹੈ? ਉਸੇ ਤਰ੍ਹਾਂ ਦਾ ਹੈਗਾ। ਕਹਿੰਦੇ ਜੀ ਨਹੀਂ, ਇਸ ਜ਼ਬਾਨ ਦੇ ਨਾਲ ਰਿਸ਼ੀਆਂ ਮੁਨੀਆਂ ਨੇ, ਸੰਤਾਂ ਮਹਾਂਪੁਰਖਾਂ ਨੇ, ਹੌਲੀਏ ਪਕੰਬਰ ਦੁਨੀਆ 'ਤੇ ਆਏ, ਉਹਨਾਂ ਪਰਮਾਤਮਾ ਦੀ ਭਗਤੀ ਕੀਤੀ ਹੈ ਅਤੇ ਲੱਖਾਂ ਕਰੋੜਾਂ ਜੀਵਾਂ ਦਾ ਭਲਾ ਕਰ ਗਏ ਐਸੇ ਜ਼ਬਾਨ ਦੇ ਨਾਲ। ਇਹੀ ਜ਼ਬਾਨ ਸਾਨੂੰ ਘੋੜੇ 'ਤੇ ਚਾੜ੍ਹ ਦਿੰਦੀ, ਇਹੀ ਗਧੇ 'ਤੇ ਚਾੜ੍ਹ ਦਿੰਦੀ। ਇਸੇ ਜ਼ਬਾਨ ਨਾਲ ਅਸੀਂ ਨਸ਼ਟ ਹੋ ਸਕਦੇ ਹਾਂ, ਇਸੇ ਜ਼ਬਾਨ ਨਾਲ ਸਾਨੂੰ ਖੁਸ਼ੀ ਮਿਲ ਸਕਦੀ ਹੈ। स्वामी जी महाराज इसे वास्ते फरमाया, सबको सुख बुझा तेरे भले को कहो, सबको मिठा बोल तेरे भले को कहो। तू सारिਆਂ ਨੂੰ सुख पहुँचाना है तो फिर अपनी जबान च मठियास रख, अपनी जबान चो कोई भैड़ा लफ्ज़ ना कढ़ी, ताकि तैनू भी पहला तो तैनू ही दुख होएगा, उस दे बाद दूसरे नूं दुख होएगा। इस वास्ते स्वामी जी महाराज सानू ये समझा रहे हैं कि साध मत दे विच अगर तू साध मत बनना है, साधु बनना है, तो इन्हां चीज़ां दा जिहड़ा तैनूं देखभाल करना पेगी, संभाल करना पेगी, इन्हां दा बर्दाश्त करना पेगा, ये चीज़ां विचों कढ़ना पैणगीਆਂ। हाँ जी। काम न छूटा लोभ न छूटा, मोईर खाडारत पीसे, भजन भगत अभ्यास न करते, कभी न छूटो तुम इस जम से। स्वामी जी महाराज सानू बड़े तरीके नाल समझा रहे हैं कि भजन सिमरन अभ्यास नहीं तुसी कीता और कदी भी तुसी जमदूतां तो छुट नहीं सकते, और किसी तरीके नाल तुसी उन्हां तो छुट नहीं सकते। अगर तुसी भजन करोगे, अभ्यास करोगे, उस परमात्मा का नाम जपोगे, तुहाडे विचों शांति प्यार आएगा, मुहब्बत आएगी। महाराज तीसरी पातशाही ने बाणी च फरमाया है, शब्द सुने सो दूरों भागे, मत मारे जियो बेपरवाह। महाराज तीसरी पातशाही गुरु अमरदास जी ने फरमाया है, जिहदे पास शब्द होंदा है, संतां महापुरखां दी मोहर लगी हुंदी है, अगर उस जीव दे पास जमदूत जिहड़े है वो जाणगे, फिर वो भज जाणगे, उहदे लागे नहीं जाणगे, कुछ नहीं उन्होंने कह सकते। ये अगे कई बार दसिया है कि जदों कबीर साहब जी महाराज सतयुग दे विच आए, सतपुरुष के हुक्म दे नाल, उस वक्त नरिंजन ने काल ने कहा कि तू की करना है जगत विच जाके, ऐ दुनिया ते मैं कोई भी बेला नहीं छड्या, सारियां नूं काम लगाया, तेरी गल सुननी किन्ने, किन्ना उपदेश तेरा सुनना। पर फिर भी उन्हें मजबूर किया। फिर काल ने यह कहना पिया नरिंजन ने उन्होंने, जाओ जिहदे ते तुहाडी मोहर लगी होवेगी फकीरां दी, वो मेरे सिर ते कदम रख के लंघ जाएगा, मैं कुछ नहीं कह सकता उन्होंने, मैं नहीं उन्होंने कुछ भी कह सकता जिहदे ते फकीरां दी मोहर लगी होएगी। इस वास्ते स्वामी जी महाराज जो बाणी च फरमा रहे, ठीक फरमा रहे है, भजन नहीं किया, अभ्यास नहीं किया, किस तरह असी जमदूतां तो छुट जावांगे। जिस तरीके नाल असी छुटना वो असी काम किया ही नहीं, गल्लां दा मजमून नहीं, गल्लां नाल असी छुट नहीं सकते। इत्थे करनी दी जरूरत है, काम दी लोड़ है। जिस काम नाल गल बननी है, जदों असीं काम ही नहीं करते तो साडा बनेगा किदां। ये स्वामी जी महाराज सानू समझा रहे हैं, हर एक नूं समझा रहे, किसी का नाम नहीं लै रहे, सारिਆਂ नूं समझा रहे। संतां दी बाणी जिहड़ी है मुश्तरका हुंदी है, जो कुछ भी उन्होंने लिखिया होंदा, जो कुछ भी बाणी च फरमाउंदे है, वो सारिਆਂ नूं
ਕਿਸੇ ਇੱਕ ਬੰਦੇ ਨੂੰ ਨਹੀਂ। ਹਾਂਜੀ। ਭਜਨ ਭਗਤ ਅਭਿਆਸ ਨ ਕਰਤੇ, कभी न छूटो तुम इस जम से, कर छोड़ा युद्धम पुन छोड़ा, मेहनत कोई न करते। ਇਹ ਸਾਧੂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਿਹਾ ਹੈ, ਐ ਸਾਧੂ ਤੂੰ ਘਰ-ਬਾਰ ਵੀ ਛੱਡਿਆ, ਫਿਰ ਤੂੰ ਉਦਮ ਵੀ ਕੋਈ ਨਹੀਂ ਕਰਦਾ, ਮਿਹਨਤ ਵੀ ਨਹੀਂ ਕਰਦਾ। ਤੂੰ ਇੱਕ ਪਾਸਾ ਛੱਡਿਆ, ਦੂਜਾ ਪਾਸਾ ਹੀ ਬਣਾ ਲੈ। ਜੇ ਇੱਕ ਪਾਸਾ ਛੱਡਿਆ ਹੀ ਹੈ, ਉਧਰੋਂ ਘਾਟਾ ਪਿਆ, ਤੇ ਦੂਜਾ ਪਾਸਾ ਹੀ ਬਣਾ ਲੈ, ਕੁਛ ਨਾ ਕੁਛ ਉਦਮ ਕਰ, ਮਿਹਨਤ ਕਰ, ਭਜਨ ਸਿਮਰਨ ਕਰ, ਤਾਂ ਕਿ ਤੇਰਾ ਕੁਝ ਬਣ ਜਾਏ। ਜੇ ਤੂੰ ਇੱਕ ਪਾਸਾ ਵੀ ਛੱਡਿਆ, ਅੱਗੇ ਵੀ ਕੁਛ ਨਹੀਂ ਕੀਤਾ, ਫਿਰ ਕੀ ਬਣਿਆ? ਗੁਜਰੋਂ ਚੁੱਕਾ ਹੁਆ ਭਰਾਈ, ਨਾ ਉਤ ਖੁਦਾਈ ਨਾ ਉਤ ਖੁਦਾਈ। ਕੋਈ ਮੁਸਲਮਾਨ ਗੁਜਰੀ ਹੋ, ਭਰਾਈਆਂ 'ਚ ਦਾਖਲ ਹੋ ਗਏ, ਭਰਾਈ ਜਿਹੜੇ ਉਹ ਗਾਉਂਦੇ ਵਜਾਉਂਦੇ ਹੁੰਦੇ, ਢੋਲ ਵਜਾਉਂਦੇ ਹੈਗੇ। ਢੋਲ ਵਜਾਣਾ ਉਹਨੂੰ ਆਇਆ ਨਹੀਂ, ਉਹ ਫਿਰ ਕਹਿੰਦਾ ਮੈਂ ਚੰਗਾ ਗੁਜਰੋਂ ਚੁੱਕਾ ਹੁਆ ਭਰਾਈ, ਨਾ ਉਤ ਖੁਦਾਈ ਨਾ ਉਤ ਖੁਦਾਈ। ਮੈਂ ਇੱਧਰ ਵੀ ਆਇਆ, ਢੋਲ ਵਜਾਣਾ ਵੀ ਮੈਨੂੰ ਨਹੀਂ ਆਇਆ, ਅਤੇ ਮੈਂ ਆਪਣਾ ਵੀ ਕੰਮ ਛੱਡ ਦਿੱਤਾ, ਅਤੇ ਇੱਧਰੋਂ ਵੀ ਮੈਨੂੰ ਕੁਛ ਨਹੀਂ ਮਿਲਿਆ, ਨਾ ਮੈਨੂੰ ਜਾਚ ਆਈ ਹੈਗੀ। ਇਸ ਵਾਸਤੇ ਸਾਧੂ ਬਾਰੇ ਗੁਰੂ ਸਾਹਿਬ ਜੀ ਫਰਮਾ ਰਿਹਾ ਹੈ, ਤੂੰ ਘਰ-ਬਾਰ ਵੀ ਛੱਡਿਆ ਔਰ ਉਦਮ ਵੀ ਨਹੀਂ ਤੂੰ ਕਰਦਾ, ਮਿਹਨਤ ਵੀ ਨਹੀਂ ਕਰਦਾ। ਤੂੰ ਮਿਹਨਤ ਕਰ, ਉਦਮ ਕਰ, ਆਲਸ ਨਾ ਕਰ, ਉਸ ਮਾਲਕ ਦਾ ਨਾਮ ਜਪ, ਤਾਂ ਕਿ ਕੁਛ ਨਾ ਕੁਛ ਬਣ ਜਾਵੇ। ਹਾਂਜੀ। कर छोड़ा युद्धम पुन छोड़ा, मेहनत कोई न करते, देश विदेश फिरो चख मारत, कफन पहन क्यों लाज लगाते। ਗੁਰੂ ਸਾਹਿਬ ਜੀ ਸਾਧੂ ਬਾਰੇ ਫਰਮਾ ਰਹੇ ਹੈ ਕਿ ਦੇਸਾਂ ਪ੍ਰਦੇਸਾਂ 'ਚ ਤੂੰ ਫਿਰਦਾ ਹੈ, ਰੰਗ ਬਰੰਗੇ ਕੱਪੜੇ ਪਾ ਲਏ, ਵੇਸ਼ ਬਣਾ ਲਿਆ ਉਲਟਾ ਫੁਲਟਾ, ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਲਿਆ, ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਲਿਆ, ਲੇਕਿਨ ਆਪਣਾ ਕੁਛ ਨਹੀਂ ਬਣਿਆ, ਜੋ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ। ਹਾਂਜੀ। देश विदेश फिरो चख मारत, कफन पहन क्यों लाज लगाते। ਵੇਸ਼ ਬਦਲ ਕੇ ਰੰਗ ਬਰੰਗੇ ਕੱਪੜਿਆਂ 'ਤੇ ਪਰਮਾਤਮਾ ਖੁਸ਼ ਨਹੀਂ ਹੁੰਦਾ। ਸੰਤ ਜਿਹੜੇ ਦੁਨੀਆ 'ਤੇ ਆਏ ਹੈ, ਉਹ ਤਾਂ ਇਹ ਕਹਿੰਦੇ ਭਾਈ ਤੈਨੂੰ ਵੇਸ਼ ਬਦਲਣ ਦੀ ਜ਼ਰੂਰਤ ਨਹੀਂ, ਤੂੰ ਜੈਸਾ ਹੈ ਵੈਸਾ ਹੀ ਰਹੋ। ਸਿਰਫ ਇੱਕ ਚੀਜ਼ ਨੂੰ ਬਦਲ, ਜਿਹੜਾ ਤੇਰਾ ਇਰਾਦਾ ਗਲਤ ਪਾਸੇ ਜਾਂਦਾ ਹੈ, ਜਿਹੜਾ ਤੇਰਾ ਖਿਆਲ ਗਲਤ ਪਾਸੇ ਜਾਂਦਾ ਹੈ, ਉਸ ਨੂੰ ਸਹੀ ਰਸਤੇ 'ਤੇ ਲਿਆ, ਆਪਣੇ ਮਾਲਕ ਦੀ ਤਰਫ ਲਿਆ। ਇੱਕੋ ਚੀਜ਼ ਨੂੰ ਬਦਲਦੇ, ਹੋਰ ਕਿਸੇ ਨੂੰ ਬਦਲਣ ਦੀ ਲੋੜ ਨਹੀਂ ਹੈ। ਤੂੰ ਜਿਹੜੇ ਮਰਜ਼ੀ ਕੱਪੜੇ ਪਾ ਲੈ, ਹਰੇ ਪਾ ਲੈ, ਚਿੱਟੇ ਪਾ ਲੈ, ਲਾਲ ਪਾ ਲੈ, ਜਿਹੜੇ ਮਰਜ਼ੀ ਪਾ ਲੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਿਰਫ ਆਪਣੇ ਇਰਾਦੇ ਨੂੰ ਬਦਲਣ ਦੀ ਕੋਸ਼ਿਸ਼ ਕਰ। ਹਾਂਜੀ। दान कपट छल हृदय बसता, गिरही को आचार दिखाते। ਗੁਰੂ ਸਾਹਿਬ ਜੀ ਫਰਮਾ ਰਿਹਾ ਤੇਰੇ ਅੰਦਰ ਕੀ ਕੁਝ ਬਸਦਾ ਹੈ, ਲੇਕਿਨ ਗ੍ਰਸਤੀ ਲੋਕ ਜਿਹੜੇ ਹੈ ਉਹਨਾਂ ਤੋਂ ਆਪਣੀਆਂ ਰਹਿਤਾਂ ਦੱਸਦਾ ਹੈ ਕਿ ਮੇਰੀਆਂ ਰਹਿਤਾਂ ਨੇ, ਆ ਮੇਰਾ ਵੇਸ਼ ਹੈ, ਮੈਂ ਸਾਧੂ ਹਾਂ, ਅਤੇ ਅੰਦਰ ਨਹੀਂ ਤੂੰ ਝਾਂਤੀ ਮਾਰੀ ਕਿ ਅੰਦਰ ਤੇਰੇ ਕੀ ਕੁਝ ਵਸਦਾ ਹੈਗਾ।
ਕਿਹੜੇ ਪਾਸੇ ਤੇ ਪਿਆ ਤੂੰ, ਕੀ ਕਰਮ ਤੂੰ ਕਰ ਰਿਹਾ? ਭਜਨ ਸਿਮਰਨ ਕੀਤਾ ਨਹੀਂ, ਜੋ ਕਰਨਾ ਸੀ ਉਹ ਕੀਤਾ ਨਹੀਂ, ਘਰ-ਬਾਰ ਵੀ ਛੱਡ ਦਿੱਤਾ ਔਰ ਕਫਨ ਪਹਿਨ ਕੇ ਉਸ ਪਰਮਾਤਮਾ ਨੂੰ ਵੀ ਲਾਜ ਲਵਾਉਣ ਡਿਆ, ਉਹਦਾ ਨਾਂ ਲੈ ਲੈ ਕੇ ਮੰਗ ਮੰਗ ਕੇ ਤੂੰ ਆਪਣਾ ਧਨ ਜੋੜ ਰਿਹਾ ਹੈ। ਇਹ ਸਵਾਮੀ ਜੀ ਮਹਾਰਾਜ ਪੇਖੀ ਸਾਧੂ ਜਿਹੜੇ ਹੈ ਉਹਨਾਂ ਦੇ ਬਾਰੇ ਫਰਮਾ ਰਿਹਾ ਹੈ। ਹਾਂਜੀ, ਦਬ ਕਪਟ ਛਲ ਹਿਰਦੇ ਵਸਤਾ, गिरही को आचार दिखाते, चौके से हम रोटी खावे, रोटी पूरी पेद समझते। बहुत सारे साधु ऐसा करते है, चौंका कार पा के ते खब्बे हथ नूं बाहर कढ़ देना ते खाना खाना। एक बंदा बड़ा सियाणा बजुर्ग सी, 47 दे पहला 47 दे पहला साधुआं दे झुंड आउंदे हुंदे पिंडां दे विच, ते कई बजुर्ग जिहड़े आउंदे उन्हां कोल बैठ के गल्लां बातां करनियां। जदों वो खाना खाण लगा तो खब्बे हथ नूं उन्हें बाहर कढ़ दिता। उन्हें पूछया, बाबा जी इस नूं बाहर क्यों कढ़िया तू? कहंदे ये तो गंदा है, ये मैला साफ करता है, इसको कार के बाहर मैं निकाल दिया, ये गंदा है। वो बुजुर्ग भी सियाणा ही कुछ कहंदा, बाबा जी जिसनों साफ करदा वो तो कार दे अंदर हैगा, ते जिहड़ा साफ करदा उन्होंने बाहर कढ़ दिता तू। एक ही पखंड पाया तू। इस तरह के लोगों नूं, जिहड़े अनजान लोग जिन्होंने समझ नहीं, उन्होंने ये पखंड दसदे हैगे। कार पा के चौंका सुच्चा कर लिया, इहदे विच बैठ के खाना खादा है, खब्बे हाथ नूं बाहर कढ़दा है, क्या ये मैला साफ करता है? किसी की उंगल मैले नाल लग गई, वो मिस्त्रियों ते चला गया, कहने लगा कि इस वानचोत को काट दो भाई, ये उंगल बिस्टे से भरी गई गंदी हो गई है। वो मिस्त्री ने कहा, बाबा जी जाके साफ कर लो, ठीक ठाक है। नहीं नहीं इसको काट दो। उन्हें पुट्ठा तेसा मारे, फट मूँह च पा ली। तेसा ही पुट्ठा मारिया उन्हें कट्टना तो बाद चाहे पहले ये देख लेना, पुट्ठा तेसा मारिया तो फट फट मूँह च पा ली, दर्द होने लगी है। मैं तो तेनू कहा भी तू कढ़ दे, इनू तू साफ कर ले जाके। इस तरह के पखंड कई बहुत सारे करते, बहुत सारे लोग पखंड करते। साधु जिहड़े लोकां नूं दसदे, जिन्हों कोई जवाब नहीं आउंदा, जिहदा कोई मुर्शिद नहीं हुंदा, जिहड़े अनजान बंदे हुंदे है, वो बेचारे उन्हां दे काबू आ जाते हैं। हाँ जी, चौके से हम रोटी खावे, रोटी पूरी पेद समझते, बुद्ध विचार ना गुर मिला पूरा, गिरही की पहल जा करते। गुरु साहब जी बड़े प्यार दे नाल फरमा रहे है कि पूरा कोई महात्मा मिलिया नहीं। गृहस्थी लोगों को पखंड कर करके दसदे है, पूरा कोई मुर्शद मिलता उन्होंने भेद दे दिंदा, उन्होंने समझ आ जाती। पूरा मुर्शद मिलिया नहीं और गृहस्थी लोगों को पेख बना बना के दस के ते ठग ठग के खाते है। हाँ जी, बुद्ध विचार ना गुरु मिला पूरा, गिरही की पहल जा करते, साथ
ਸਾਧ ਚਰਨ 68 ਸੇ ਉਤਮ ਭੂਮ ਪਵਿੱਤਰ ਜਹਾਂ ਪਗ ਧਰ ਤੇ। स्वामी जी महाराज साधु की तारीफ कर रहे है। साध चरण 68 तीर्थ जेड़े साढ़े मोहतबारां ने मिथे हैगे, 68 तीर्थ जेड़े है ये पवित्र समझे है। और 68 तीर्थां तो भी साधु दे चरण जेड़े वो पवित्र दसे है। पर केड़े साधु दे? जिसने मन की साधना की, जो पिछे स्वामी जी महाराज फरमाया है, किसी ने अपन प्रकृतियां बंद किया है, जिन्हें मन की साधना की उस साधु के बारे। और जिस भूमि विच वो चरण रख देंगे वो भी पवित्र हो जाएगी। कई बार दसिया कि कबीर साहब जी महाराज काशी विच रहिंदे सन। शराब वालियां ने बहुत जोर पाया, उन्होंने तकलीफां देना शुरू कर दित्तियां। उन्होंने सोचा भी चलो काशी नूं छड्ड देने आ, असी भजन करना है, चलो किते बाहर चलते हैं जिथे कोई साडे मगर जाए ना। मगर देश साडे ऋषियां मुनियां जां जिहड़े आलम फाजली उन्होंने रद्दिया सी कि ये इलाका जिहड़ा है, इस इलाके दे विच कोई बंदा मरेगा वो गधे की जून भी जाएगा, क्योंकि ये पवित्र नहीं है। उन्होंने एक फतवा लगाया होया सी। मगर देश जिहड़ा सी, कबीर साहब जी उत्थे चला गए कि चलो इत्थे कोई आएगा नहीं, असीं मजे नाल भजन करांगे अपने। पर श्रद्धालु जिहड़े सी वो पिछे पिछे चला गए। उसे देश विच वो इलाका जिहड़ा बिशंदा हो गया, कलोनियां बन गईयां, जमीनां आबाद हो गईयां, फसल होना शुरू हो गए, शहर बस गए। उस इलाके विच कबीर साहब जी बहुत देर रहे है और उत्थे ही उन्होंने शरीर अपना छड्डिया है। 2 जगह बनिया असीं देखिया है, एक जगह तो मुसलमान रहिंदा है, एक तो हिंदू रहिंदा है। उन्हां दे जाण तो बाद मुसलमाना भी रौला पाया, हिंदुओं ने भी। मुसलमान कहण साडा पीर है, असी अपनी शरह के मुताबिक इन्हां दा संस्कार करना है। हिंदू कहण साडा गुरु है। पर लभा किसी नूं भी कुछ नहीं। कबीर साहब जी फिर उन्हें आवाज़ दी कि दरवाज़ा खोलो। दरवाज़ा खोलिया, कहते तुसीं लड़ो ना। ये इतिहास दसदा है जो लिखण वाला है कि 2 चादरां मंगाइयां उन्होंने, उन्होंने दोनों चादरां ते फुल विछा दिते। क्या कि 1 घंटे के बाद तुसीं फिर दरवाज़ा खोलना है। जदों बाद विच दरवाज़ा खोलिया, उत्थे शरीर नहीं लभा। चादरां 2 लभियां, एक चादर मुसलमाना ले लई, एक हिंदुआ ले लई। एक ने जमीन विच दफन करती, एक ना जला दिती। 2 जगह बनिया ने। उस इलाके नूं भी पवित्र किया। जो स्वामी जी महाराज बाणी च फरमा रहे, साधु के बारे फरमा रहे है, जिन्हां साधुआं ने दिन रात नाम की कमाई की है। ये गल्लां बातां वालियां नूं नहीं, जिहड़े वेश बदलते उन्होंने नहीं, पखंड वालियां नूं नहीं कहा, जिन्हां दिन रात नाम की कमाई की है। उन्हां दे चरण जिहड़े है 68 तीर्थां तो भी उपर ने। हाँ जी। साध चरण 68 से उत्तम भूम पवित्र यहाँ पग धरते। तुम तो कर्म परम में पट के साध नाम अपना क्यों तरते। गुरु साहब जी बड़े प्यार दे नाल फरमा रहा है, साधु तू तो कर्मा धर्मां च फसिया है, तू अपना ना साधु काहदे वास्ते रखाण रहा है।
कि साधुआं वाला गुण तो तेरे च आया ही नहीं, तो तू साधु क्यों अपना ਨਾਂ रखा रहा? तू तो कर्मां धर्मां च फसिया है। ਜਿਹੜੇ साधु है उन्हां दा साधु ਨਾਂ क्यों पिया है? कि उन्हां मन की साधना की। मन एक जिस तरह फौज का अफसर होंदा है, साड़ियाँ प्रकृतियां का अफसर मन है और ये मतैद सारियां ने। जदों अफसर काबू आ जाता किते लड़ाई च ते सिपाही पहला ही हथियार छड्ड देंदे है। जदों मन काबू आ गया इहदियां प्रकृतियां भी काबू आ जांदियां, ये कुछ नहीं कर सकदियां। इस वास्ते संत महापुरख जिन्हां ने दिन रात नाम की कमाई की है, उन्हां अपने मन दे ही साधना की है। इसे नूं ही समझाउण की कोशिश की। स्वामी जी महाराज बाणी च फरमाउंदे आ, कोट जतन से जे नहीं माने तुन सुन कर मन समझाई। करोड़ां जतन तुसी कर लो, ये मन नहीं समझेगा। सिर्फ एक जड़ी ये अंदर शब्द धुन आ रही है, स्वामी जी उस शब्द नूं धुन कहते हैं। और मुसलमानों ने बांगे शमानी किया है। बाणी विच नाम जां शब्द किया गया, वेदां शास्त्रां जो उदगीत करके फरमाउंदे है, वो धुन जिहड़ी साडे अंदर आ रही है, ये किसी भी यतन नाल मन नहीं समझ सकता, उस धुन दे नाल समझेगा। जदों ये सुनेगा फौरन उहदे नाल समझ आएगा। जिस तरह हजूर फरमाउंदे हुंदे सी कि शहद का छन्ना भरिया होवे, मक्खियां खाण वास्ते आ जांदियां ने, जिहड़ी मक्खी विच बैठदी है वो ना शहद खा सकती है तो ना ही उड़ सकती है, विचे ही लिबड़ जाते पर वो उड़ नहीं सकती। इस तरह उस शब्द नाल ये मन काबू आ सकता है, ये नहीं भज सकता, किते भी नहीं जा सकता फिर, और कोई यतन नाल नहीं ये काबू आ सकता। अगर जिसने किया है वो शब्द के जरिए, जो कोई करेगा तो शब्द के जरिए, और किसी तरीके नाल ये मन काबू नहीं आ सकता। हाँ जी। तुम तो कर्म परम में पट के साध नाम अपना क्यों तरते। ये साधु दे बारे गुरु साहब जी फरमा रहे है साधु तू कर्मां धर्मां दे विच भड़क रहा है ते तू अपना नाम साधु क्यों रखाना है। कर्म धर्म जो भी बंदा करता है उसकी मुक्ति नहीं हो सकती। कर्मां दे नाल सानू जन्म मिल सकते हैं, कोई भी असी कर्म करांगे उहदा लैण दी साड़ी खाश होंदी है। जदों लैण दी खाश होई सानू वापस आउणा पिया, सानू जन्म लैना पैणगे, फिर असी करांगे फिर जन्म लैना पैणगे, मुक्ति नहीं हो सकती। इस वास्ते गुरु साहब जी फरमा रहे हैं कि तू साधु नाम क्यों रखा रहे हैं, तू कर्मा धर्मा च फसिया है। हाँ जी। पेनाए जगत को ठगते काल ठगौरी डाली तुम पे। गुरु साहब जी बड़े प्यार दे नाल फरमा रहे हैं साधु तू भेख बना के जगत नूं ठग रहा है, पर काल तैनू ठग रहा है। काल ने तैनू ठग लेना है, तू जगत नूं ठग रहा है। एक दिन काल दे बस तू आ जाएगा, तैनू काल अपने देश लै जाएगा और तेरे कीते कर्मां दा लेखा करके तैनू सजा मिल जाएगी। हाँ जी। पेख बनाए जगत को ठगते काल ठगौरी डाली तुम पे। अब कुछ समझ करो सत्संगत डरो जरा नरकन के
दुख से। स्वामी जी महाराज बड़े तरीके नाल समझा रहे है, ऐ पुरुष अब जल्दी तो जल्दी तुसी समझ करो, सोचो, उस नरकां तो डरन की कोशिश करो। ये जो तुसी कर्म कर रहे हो, तुसी नरकां चों छुट नहीं सकते। जल्दी तो जल्दी समझ सोच करो और अपने इरादे नूं बदलने की कोशिश करो, ताकि नरकां दे दुख तो डरन की कोशिश करो। हाँ जी। अब कुछ समझ करो सतसंगत, डरो जरा नरकन के दुख से। बिरहा पाओ बैराग संभालो, भगत करो और पागो जग से। गुरु साहब जी बड़े प्यार दे नाल फरमा रहे हैं कि तुसी अपने अंदर बिरहा धरो। प्यार, बिरहा नूं प्यार किया गया कि वो प्यार तुसी अपने अंदर पैदा करो। ऐ जगत तो भागण की कोशिश करो, जगत के कर्म जिहड़े है इन्हां नूं छड्डण की कोशिश करो और अपने मालक दे मिलन का कोई ना कोई साधन किसी साधु के पासों जतन लैके सिक्ख्या लैके उहदे ते चलण की कोशिश करो। हाँ जी। बिरहा बैराग संभालो, भगत करो और पागो जग से। मन को मारो इंद्री बांधो, सुरत लगाओ शब्द अधर से। एक फकीर ने बड़ा सोहना इसरी भाव च फरमाया, मर बे खसमा मर, तेरे मरिया बसदा घर। जे तू मरे तां मैं सुहागन होई, जे तू मर जाएगा फिर मैं सुहागन हो जावांगी। फिर मेरा रंडेपा नहीं रहेगा, मेरा सुहाग बन जाएगा, मैं शब्द नाल मेरा प्यार लग जाएगा। खसम कौन है? साड़ी आत्मा का बनया इस वक्त मन। मन साड़ी आत्मा का खसम बनया है, मालक बनया है। और इसनू क्या है? मर वे खसमा मर, तू मरे तां मैं सुहागन होई। जे तू मर जाएगा तो मैं सुहागन हो जावांगी। मेरा प्यार जिहड़ा है वो शब्द नाल लग जाएगा। शब्द मरदा नहीं, शब्द दुनिया ते कदी गायब नहीं हो सकता, वो मरण जमन दे विच नहीं आ सकता, वो सदा का ही सुहाग है इसका। इस वास्ते गुरु साहब जी फरमा रहे हैं, मन मरे तांत मर जाए। जब मन मर जाएगा इहदियां शाखां जिहड़ियां खत्म हो जाणगियां, इहदियां जड़ां भी कट्टियां जाणगियां। हाँ जी। मन को मारो इंद्री बांधो, सुरत लगाओ शब्द अधर से। तब चित कोमल बुद्धि निर्मल, आप होए छूटो मन ठग से। गुरु साहब जी बड़े प्यार दे नाल फरमा रहे हैं कि भाई फिर तुसी इस मन ठग तो छुट जाओगे। ये मन सानू ठग रहा है, किसी न किसी तरीके नाल सानू ठगदा रहिंदा है। और
ਸੰਤ ਮਹਾਂਪੁਰਖ ਸਾਨੂੰ ਇਹਦੇ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੈ। ਇਹਦੇ ਤੋਂ ਬਚਣ ਦਾ ਤਰੀਕਾ ਹੀ ਹੈ ਜੋ ਬਾਣੀ 'ਚ ਪਹਿਲਾਂ ਦੱਸਿਆ ਹੈ ਕਿ ਕੋਟ ਜਤਨ ਸੇਜੇ ਨੀ ਮਾਨੇ, ਧੁਨ ਸੁਣ ਕਰ ਮਨ ਸਮਝਾਏ। ਜਦ ਸ਼ਬਦ ਦੀ ਕਮਾਈ ਅਸੀਂ ਕਰਾਂਗੇ ਤਾਂ ਇਸ ਮਨ ਦੇ ਕੰਟਰੋਲ 'ਚੋਂ ਅਸੀਂ ਨਿਕਲ ਜਾਵਾਂਗੇ, ਇਹਦੇ ਪਿੰਜਰੇ 'ਚੋਂ ਨਿਕਲ ਜਾਵਾਂਗੇ, ਆਜ਼ਾਦ ਹੋ ਜਾਵਾਂਗੇ। ਜਿਸ ਤਰ੍ਹਾਂ ਕਈ ਵਾਰ ਇਹ ਸਾਖੀ ਸੁਣਾਈ ਹੈ, ਕੋਈ ਪੰਡਤ ਕਥਾ ਕਰਦਾ ਸੀ। ਕਥਾ ਵਿੱਚ ਇਹ ਪ੍ਰਸੰਗ ਆਉਂਦਾ ਸੀ ਕਿ ਈਸ਼ਵਰ ਦਾ ਨਾਮ ਜਪਿਆ, ਰਾਮ ਰਾਮ ਜਪਿਆ ਕਾਲ ਦਾ ਜੇਲ੍ਹ ਖਾਨਾ ਟੁੱਟ ਜਾਂਦਾ ਹੈ। ਉਹ ਰੋਜ਼ ਬੰਦਾ ਕਥਾ ਸੁਣ ਜਾਂਦਾ ਸੀ ਤੇ ਘਰ ਉਸਨੇ ਤੋਤਾ ਇੱਕ ਰੱਖਿਆ ਸੀ। ਘਰ ਆ ਕੇ ਤੋਤੇ ਨੂੰ ਕਹਿਣਾ, ਗੰਗੇ ਰਾਮਾ ਆਖ ਰਾਮ ਰਾਮ, ਰਾਮ ਰਾਮ ਕਿਹਾ ਕਾਲ ਦਾ ਜੇਲ੍ਹ ਖਾਨਾ ਟੁੱਟ ਜਾਂਦਾ ਹੈ। ਇੱਕ ਦਿਨ ਤੋਤੇ ਨੇ ਸੋਚਿਆ ਕਿ ਮੈਂ ਰੋਜ਼ ਹੀ ਰਾਮ ਰਾਮ ਕਹਿੰਦਾ, ਸਾਰੀ ਜ਼ਿੰਦਗੀ ਹੋਇਆ ਰਾਮ ਰਾਮ ਕਹਿੰਦਿਆਂ, ਪਤਾ ਨਹੀਂ ਇਹ ਮੇਰੀਆਂ ਪਿੰਜਰੇ ਦੀਆਂ ਤਾਰਾਂ ਨਹੀਂ ਟੁੱਟੀਆਂ, ਕਾਲ ਦਾ ਜੇਲ੍ਹ ਖਾਨਾ ਪਤਾ ਨਹੀਂ ਕਿਤਨਾ ਹੈਗਾ। ਇੱਕ ਦਿਨ ਕਹਿਣ ਲੱਗਾ ਕਿ ਜਿੱਥੇ ਤੁਸੀਂ ਜਾਂਦੇ ਹੋ ਮੈਨੂੰ ਵੀ ਲੈ ਚਲੋ। ਪਿੰਜਰਾ ਚੁੱਕ ਲਿਆ, ਲੈ ਗਿਆ। ਜਦੋਂ ਇਹ ਪ੍ਰਸੰਗ ਆਇਆ, ਤੋਤਾ ਬੋਲਣਾ ਜਾਣਦਾ ਸੀ। ਤੋਤੇ ਨੇ ਕਿਹਾ, ਮਹਾਰਾਜ ਪੰਡਤ ਜੀ ਮੇਰੀ ਗੱਲ ਸੁਣ ਲਓ, ਮੇਰੇ ਪਾਸ ਆ ਜਾਓ ਤੁਸੀਂ। ਬੜੇ ਹੈਰਾਨ ਲੋਕ ਹੋਏ ਜਦੋਂ ਤੋਤਾ ਬੋਲਿਆ। ਪੁੱਛਿਆ, ਸੁਣਾ ਭਾਈ ਕੀ ਗੱਲ, ਤੁਸੀਂ ਜੋ ਕੁਛ ਕਹਿ ਰਹੇ ਹੋ ਮੈਂ ਸਾਰੀ ਜ਼ਿੰਦਗੀ ਹੋਇਆ ਰਾਮ ਰਾਮ ਕਹਿੰਦਿਆਂ, ਮੇਰੀਆਂ ਪਿੰਜਰੇ ਦੀਆਂ ਤਾਰਾਂ ਨਹੀਂ ਟੁੱਟੀਆਂ, ਤੁਸੀਂ ਕਹਿੰਦੇ ਹੋ ਰਾਮ ਰਾਮ ਕਿਹਾ ਕਾਲ ਦਾ ਜੇਲ੍ਹ ਖਾਨਾ ਟੁੱਟ ਜਾਂਦਾ ਹੈ। ਪੁੱਛਿਆ ਉਹਨੇ, ਤੇਰਾ ਕੋਈ ਮੁਰਸ਼ਿਦ ਹੈ? ਕਹਿੰਦੇ ਜੀ ਮੇਰੇ ਤੇ ਮੁਰਸ਼ਿਦ ਕਈ ਬਣ ਜਾਂਦੇ ਆ ਰੋਜ਼ ਦੇ। ਗਲੀ ਵਿੱਚ ਸਾਡਾ ਘਰ ਹੈ, ਪਿੰਜਰਾ ਦਰਖਤ ਨਾਲ ਟੰਗਿਆ, ਜਿਹੜਾ ਕੋਈ ਲੰਘਦਾ ਉਹੀ ਮੈਨੂੰ ਕਹੀ ਜਾਂਦਾ, ਆਖ ਗੰਗੇ ਰਾਮਾ ਰਾਮ ਰਾਮ। ਕਈ ਮੈਨੂੰ ਕਹੀ ਜਾਂਦੇ ਆ, ਕਈ ਗੁਰੂ ਬਣੀ ਜਾਂਦੇ ਮੇਰੇ। ਕਹਿੰਦੇ ਇੱਕ ਬਣਾ, ਇੱਕ ਦੀ ਸਿੱਖਿਆ ਤੇ ਚੱਲ। ਤੋਤੇ ਨੇ ਕਿਹਾ, ਫਿਰ ਤੁਸੀਂ ਮੈਨੂੰ ਸਿੱਖਿਆ ਦੇ ਦਿਓ, ਮੈਂ ਕਿੱਥੇ ਜਾਣਾ ਸਿੱਖਿਆ ਲੈਣ, ਤੁਸੀਂ ਮੇਰੇ ਗੁਰੂ ਬਣ ਜਾਓ। ਕਹਿਣ ਲੱਗੇ, ਅਸੀਂ ਤੈਨੂੰ ਸਿੱਖਿਆ ਦਿੰਦੇ ਹਾਂ, ਘਰ ਜਾ ਕੇ ਤੂੰ ਬਿਮਾਰ ਹੋ ਜਾਈਂ, ਤੈਨੂੰ ਤਰੀਕਾ ਦੱਸਦੇ ਹਾਂ ਪਿੰਜਰੇ 'ਚੋਂ ਨਿਕਲਣ ਦਾ। ਘਰ ਜਾ ਕੇ ਬਿਮਾਰ ਹੋ ਜਾਈਂ, ਢਿੱਲੇ ਪਾਰ ਛੱਡ ਦੇ, ਮੂੰਹ 'ਚੋਂ ਪਾਣੀ ਵਗਣਾ ਸ਼ੁਰੂ ਹੋ ਜਾਏ, ਤੇਰਾ ਮਾਲਕ ਤੈਨੂੰ ਚੂਰੀ ਪਾਣੀ ਜੋ ਕੁਛ ਦੇਗਾ ਤੂੰ ਖਾਣਾ ਕੁਛ ਨਹੀਂ। ਜਦੋਂ ਪਿੰਜਰੇ ਤੂੰ ਬਾਹਰ ਕੱਢੇਗਾ, ਇਹ ਅੱਗੇ ਪਿੱਛੇ ਹੋਏਗਾ, ਤੂੰ ਉੱਡ ਕੇ ਜਿੱਥੇ ਮਰਜ਼ੀ ਚਲਾ ਜਾਈਂ। ਤੋਤੇ ਨੇ ਸੋਚਿਆ ਸਲਾਹ ਤੇ ਬੜੀ ਅੱਛੀ ਹੈ। ਘਰ ਜਾ ਕੇ ਬਿਮਾਰ ਹੋ ਗਿਆ। ਬਿਮਾਰ ਹੋ ਗਿਆ, ਜਿਹੜਾ ਤੋਤੇ ਦਾ ਮਾਲਕ ਸੀ ਉਸ ਨੇ ਤੋਤੇ ਨੂੰ ਬਾਹਰ ਕੱਢਿਆ ਪਿੰਜਰੇ 'ਚੋਂ, ਪਾਣੀ ਪੂਣੀ ਦੇਵੇ, ਚੂਰੀ ਪਾਵੇ, ਉਹ ਖਾਵੇ ਨਾ। ਉਹਨੂੰ ਗੁਰੂ ਮਿਲ ਗਿਆ ਸੀ। ਜਦੋਂ ਅੱਗੇ ਪਿੱਛੇ ਹੋਇਆ, ਤੋਤੇ ਨੇ ਉੱਠ ਕੇ ਫੰਗ ਫੜ ਕੇ ਤੇ ਬਹਿ ਕੇ ਉੱਡ ਕੇ ਕੋਠੇ ਦੇ ਬਨੇਰੇ 'ਤੇ ਬਹਿ ਗਿਆ। ਘਰ ਵਾਲਾ ਬਹੁਤ ਖੁਸ਼ ਹੋਇਆ ਕਿ ਹੁਣ ਤੋਤਾ ਬਚ ਗਿਆ ਹੈ, ਇਹ ਬਿਮਾਰ ਸੀ। ਆ ਕੇ ਇਸ ਤਰ੍ਹਾਂ ਪਿੰਜਰੇ ਨੂੰ ਟਕੋਰਦਾ ਹੈ, ਗੰਗੇ ਰਾਮਾ ਆਖ ਰਾਮ ਰਾਮ ਸੱਚ ਹੈ। ਅੱਗੋਂ ਤੋਤਾ ਬੋਲਿਆ, ਕਹਿੰਦਾ ਜੀ ਬਿਲਕੁਲ ਠੀਕ ਹੈ, ਰਾਮ ਰਾਮ ਤੇ ਸੱਚ ਹੈ, ਪਰ ਕੁੰਜੀ ਗੁਰੂ ਦੇ ਹੱਥ ਹੈ। ਰਾਮ ਰਾਮ ਠੀਕ ਹੈਗਾ, ਸੱਚ ਹੈ, ਪਰ ਜਦ ਤੱਕ ਕੋਈ ਕੁੰਜੀ ਵਾਲਾ ਮਹਾਤਮਾ ਨਹੀਂ ਮਿਲਦਾ, ਜਾਂਦਾ ਖੁੱਲ੍ਹਦਾ ਨਹੀਂ। ਹੁਣ ਮੈਨੂੰ ਉਹ ਕੁੰਜੀ ਗੁਰੂ ਦੇ ਹੱਥ ਹੈ, ਮੈਨੂੰ ਚਾਬੀ ਮਿਲ ਗਈ ਹੈ ਜੰਦਰੇ ਦੀ, ਹੁਣ ਮੈਂ ਤੇਰੇ ਪਿੰਜਰੇ 'ਚ ਨਹੀਂ ਆ ਸਕਦਾ, ਹੁਣ ਮੈਨੂੰ ਗੁਰੂ ਮਿਲ ਗਿਆ। ਇਸ ਵਾਸਤੇ ਰਾਮ ਰਾਮ ਤੋਂ ਸੱਚ ਹੈ, ਪਰ ਸਾਨੂੰ ਕੋਈ ਰਾਹ ਦੱਸਣ ਵਾਲਾ ਵੀ ਤੇ ਹੋਵੇ, ਜਿਸ ਨੇ ਰਾਹ ਦੇਖਿਆ ਹੋਵੇ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਬਸ ਕਾਹੀ ਢੂੰਡੇ ਕਾਹੀ ਕਿਸਵੇ ਦਾਵੇ ਹਾਥ, ਕਹੇ ਕਬੀਰ ਤਬ ਪਾਈਏ ਜਾਂ ਭੇਦੀ ਲੀਜੇ ਸਾਥ, ਭੇਦੀ लीजिए साथ दीना बस लखाए, कोट जन्म का पंथ था
ਛਿਨ ਮੈਂ ਦੇ ਪਹੁੰਚਾਏ। ਸਾਨੂੰ ਭੇਤੀ ਦੀ ਜ਼ਰੂਰਤ ਹੈ। ਭੇਤੀ ਦੇ ਪਾਸ ਬੜੇ ਸ਼ਾਰਟਕਟ ਰਸਤੇ ਹੁੰਦੇ ਹੈ। ਜਿਹੜਾ ਭੇਤੀ ਨਹੀਂ ਉਹਦੇ ਪਾਸ ਕੋਈ ਰਸਤਾ ਨਹੀਂ ਹੁੰਦਾ। ਜਿਨ੍ਹਾਂ ਮਹਾਂਪੁਰਖਾਂ ਜਿਨ੍ਹਾਂ ਸਾਧੂਆਂ ਨੇ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੁੰਦੀ ਹੈ ਉਹਨਾਂ ਨੂੰ ਕੁਛ ਨਾ ਕੁਛ ਭੇਤ ਹੁੰਦਾ ਹੈ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ। ਹਾਂਜੀ। तब चित कोमल बुद्धि निर्मल आप होए छूटो मन ठग से अब क्या कहूँ कहा मैं बहुत तक अधिकारी माने एक तुक से। स्वामी जी महाराज बड़े प्यार दे नाल फरमा रहे है कि मैं बहुत कुछ कह चुका, पर जिहड़ा हथकारी जीव है उसदे वास्ते इको ही तुक बड़ी है। वो एक तुक दे ही मन जाता है। जिहड़ा हथकारी नहीं ਉਹਦੇ ਨਾਲ ਜਿੰਨਾ ਮਰਜ਼ੀ ਸਿਰ ਖਪਾਈ ਜਾਓ, ਸਾਰੀ ਜ਼ਿੰਦਗੀ ਵੀ ਲਾ ਦਿਓ, ਉਹਨੂੰ ਅਸਰ ਨਹੀਂ ਹੁੰਦਾ। ਹਜ਼ਰਤ ਬਹੂ ਸਾਹਿਬ ਨੇ ਜਿਸ ਤਰ੍ਹਾਂ ਬਾਣੀ 'ਚ ਫਰਮਾਇਆ ਹੈ, ਪੱਥਰ ਚਿੱਤ ਜਿਨ੍ਹਾਂ ਦੇ ਬਹੂ ਉੱਥੇ ਜਾਇਆ ਵਸਣਾ ਮੀਆਂ। ਜਿਨ੍ਹਾਂ ਦੇ ਚਿੱਤ ਪੱਥਰ ਨੇ ਉੱਥੇ ਰਹਿਮਤ ਦਾ ਮੀਂਹ ਵੀ ਪਏਗਾ ਤੇ ਕੀ ਕਰੇਗਾ। ਸੀਨੇ ਨਰਮ ਨਹੀਂ ਹੁੰਦੇ ਕਾਫਰਾਂ ਦੇ, ਭਾਵੇਂ ਨਾਲ ਜ਼ਬਾਨ ਦੇ ਚੱਟੀਏ। जवान दे नाल चट्टो प्यार करो, लेकिन वो काफर जिहड़ा काफर है ਉਹਦਾ सीना नरम नहीं हो सकता। और स्वामी जी महाराज जो कुछ बाणी च फरमा रहे ठीक फरमा रहे है। अधिकारी वास्ते एक तुक बड़ी है। साईं बुल्ले शाह नूं जदों पढ़ाउण लगे, घरदियां पढ़न पाया, मौलवी ने कहा बुल्लिया आख अल्फ। साईं बुल्ले शाह ने किया अल्फ। समझ आ गई कि अल्फ ही सब कुछ है। आख बोलिया बे, ते बुल्ले शाह चुप कर गए। फिर किया बोलिया आख अल्फ, जी अल्फ। आख बोलिया बे, ते बुल्ले शाह फिर चुप कर गए। मौलवी गुस्से होके कहता तू अल्फ तो कहता ते बे नहीं कहता। साईं बुल्ले शाह ने कहा मौलवी साहब अल्फ ते अल्फ है, तू मैनू ये दस कि बे अल्फ दी लगदी के है। मैनू ये दस इहदा रिश्ता की है इहदे नाल। अल्फ ते अल्फ है, इको अल्फ तेरे दरकार इल्म बस करियो यार, इको ही अल्फ बड़ा है। जे बहुता इल्म पढ़िया, मैनू तुसी बहुता इल्म पढ़ाओगे मैं मुला बन जावांगा। बहुता इल्म पढ़िया मुला जी सुधावे, तंबा चुक चुक मंडी जावे, तेले पिछे छुरी चलावे, जे इल्म की कार। साईं बुल्ले शाह ने कहा तुसी मैनू बहुता पढ़ा दोगे, मैनू मौलवी बना दोगे, होर की करोगे। और जदों भी इन्हां दा दिन दिहाड़ होंदा मुसलमानां दा ते मौलवी दे पासों बकरे लाल कराउंदे है। ये बिस्मिल्ला पढ़ के जाने लाल कर देने भी, ये कलमा पढ़ के दे लाल हो जाता है। ये पासों लाल कराउंदे और कुछ ना कोई फीस रखी होंदी है उन्हें। उस समय दे तेला तेला हुई, हुण पता नहीं बद होगा। तेले पिछे छुरी चलावे ये इल्म की कार। मैनू इको ही अल्फ बड़ा है, इको अल्फ तेरे दरकार इल्म बस करियो यार। इको अल्फ बड़ा हैगा, ये अल्फ दे अगे और कुछ भी नहीं हैगा। जो स्वामी जी महाराज बाणी च फरमा रहे ठीक फरमा रहे है। जिहड़ा हथकारी जीव है, प्रेमी जीव जिहड़ा वो तो समझ आंदा, थोड़े नाल ही समझ आंदा है। ते जिहड़ा हथकारी नहीं ओहो जिहा है, सारी जिंदगी भी उहदे नाल सिर खपांदे रहो, उहदे अंदर कुछ नहीं बढ़ता, वो नहीं समझदा है। मुहम्मद साहब दा चाचा अबू जेल
ਸਾਰੀ ਉਮਰ ਉਸ ਨੇ ਮੁਹੰਮਦ ਸਾਹਿਬ ਨੂੰ ਪਕੰਬਰ ਨਹੀਂ ਸਮਝਿਆ। ਆਪਣੀ ਤਾਕਤ ਦੇ ਨਾਲ ਉਹਨਾਂ ਉੱਪਰਲੇ ਦੇਸ਼ਾਂ ਦੇ ਸੈਰ ਕਰਾਏ, ਲੇਕਿਨ ਉਸ ਨੂੰ ਕਿਹਾ ਤੂੰ ਜਾਦੂਗਰ ਹੈ, ਪਕੰਬਰ ਨਹੀਂ ਸਮਝਿਆ। ਭਾਈ ਜਿਸ ਨੇ ਨਹੀਂ ਮੰਨਣਾ ਉਸ ਨੇ ਨਹੀਂ ਮੰਨਣਾ। ਜੋ स्वामी जी महाराज बाणी च फरमा रहे ठीक फरमा रहे है, अधिकारी वास्ते एक तुक ही बड़ी हैगी, एक तुक नाल ही समझ आएगा। हाँ जी। अब क्या कहूँ कहाँ मैं बहुत तक अधिकारी माने एक तुक से, जो निलज कपटी जग मारे, वह क्या जाने पूत पछू से। लागे शब्द है बड़ा है, हैं? पढ़ दो। राधा स्वामी कहत सुनाई, मानेगे कोई हंस बचन से। स्वामी जी महाराज शब्द समाप्त करते हुए बड़े प्यार दे नाल फरमा रहे है कि असी कह के सुना देता है, कोई हैंस जीव जिहड़ा है कागां दी संगत छड़ के वो हैंस बन जाएगा, वो समझ जाएगा। कई जीव जिहड़े कामी क्रोधी पैड़े बंदियां दी संगत करते है, वो काग ने वो नहीं मनणगे। जिहड़ा इन्हां दी संगत छड़ देगा, हैंस रूप बन जाएगा, वो जल्दी तो जल्दी मन जाएगा। स्वामी जी महाराज शब्द समाप्त करते हुए बड़े प्यार दे नाल फरमा रहे हैं। हाँ जी। राधा स्वामी कहत सुनाई, मानेगे कोई हंस बचन से।